ਆਦਿ ਕਰਉ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰਉ ਚਰਣਾ ਪਰ, ਜਾਉ ਸਦਾ ਗੁਰ ਕੋ ਬਲਿਹਾਰੀ। ਕਾਨ ਸੁਨੈ ਉਪਮਾ ਗੁਰ ਕੀ, ਗੁਰ ਮੂਰਤਿ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਏ ਦਰਬਾਰੀ। ਡੰਡੌਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਮੂਕ ਉਚਰੈ ਸ਼ਾਸਤਰ ਖਾਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਗੁਰੂ ਨਾਨਕ ਪਰਸ਼ੋਤਮ, ਪਰਮ ਪਰਾਵਰ ਨਾਥ। ਜੁਗਲ ਚਰਨ ਮਮ ਬੰਦਨਾ, ਧਰ ਕਰ ਧਰ ਪਰ ਮਾਥ। ਗੁਰੂ ਨਾਨਕ ਸੁਖ ਸਿੰਧੁ ਕੋ, ਹਾਥ ਜੋਰ ਪ੍ਰਣਾਮ। ਜਿਸ ਕਰਨਾ ਤੇ ਵਡਿਆਗੀ, ਪਾਵਹਿ ਗਤ ਵਿਸ਼ਰਾਮ। ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਨਹੁ ਇਕ ਦੀਨਾ। ਦੇਹੋ ਦਰਸ ਨਾਨਕ ਬਲਿਹਾਰੀ, ਜੀਅੜਾ ਬਲ ਬਲ ਕੀਨਾ। ਅਚਰਜ ਏਕ ਸੁਨਹੁ ਰੇ ਪੰਡਿਆ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਭਗਤ ਕਬੀਰ ਜੀਓ ਕਾ। ਅਚਰਜ ਏਕ ਸੁਨਹੁ ਰੇ ਪੰਡਿਆ, ਆਪ ਕਿਛ ਕਹਿ ਨ ਜਾਈ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰਿਭਵਨ ਮੇ ਕੁਲੀ ਲਾਈ। ਅਚਰਜ ਏਕ ਸੁਨਹੁ ਰੇ ਪੰਡਿਆ, ਅਬ ਕਿਛ ਕਹਿ ਨ ਜਾਈ। ਸੁਰ ਨਰ ਗਣ ਗੰਧਰਵ ਜਿਨ ਮੋਹੇ, ਤ੍ਰਿਭਵਨ ਮੇ ਕੁਲੀ ਲਾਈ। ਰਾਜਾ ਰਾਮ ਅਨਾਦ ਕੀ ਗੁਰੀ ਬਾਜੈ, ਜਾ ਕੀ ਦ੍ਰਿਸ਼ਟ ਨਾਦ ਲਿਵ ਲਾਗੈ। ਰਹਾਉ ਪਾਠੀ ਗਗਨ ਸਿੰਘਿਆ ਅਰ ਚੁੰਗਿਆ, ਕਨਕ ਕਲਸ ਇਕ ਪਾਇਆ। ਤਿਸ ਮੈਂ ਧਾਰ ਚੁਐ ਅਤ ਨਿਰਮਲ, ਰਸ ਮਹਿ ਰਸਨ ਚੁਆਇਆ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਤੀਨ ਭਵਨ ਮਹਿ ਨੇਕੋ ਜੋਗੀ, ਕਹੋ ਕਵਨ ਹੈ ਰਾਜਾ। ਐਸੀ ਗਿਆਨ ਪ੍ਰਗਟਿਆ ਪੁਰਖੋ ਤਨਾ, ਕਹੋ ਕਬੀਰ ਰੰਗ ਰਾਤਾ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਨਾਮ ਮਨ ਰਾਮ ਰਸਾਇਣ ਮਾਤਾ। ਅਚਰਜ ਏਕ ਸੁਨਹੁ ਰੇ ਪੰਡਿਆ, ਅਬ ਕਿਛ ਕਹਿ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਵਤਸਲ ਕਰਨ ਨਿਧਾਨ, ਦੀਨਾ ਬੰਧੂ ਪਤਿਤ ਪਾਵਨ, ਜਗਤ ਗੁਰੂ ਨਿਰੰਜਨੀ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਮਹਾਨ ਬਖਸ਼ਿਸ਼ ਕਿਰਪਾਲਤਾ ਦਾ ਸਦਕਾ ਆਪ ਸਾਰੀਆਂ ਸੰਗਤਾਂ ਪ੍ਰਬੰਧਕਾਂ ਦੇ ਸੁਚੱਜੇ ਉਦਮ ਔਰ ਪ੍ਰਸ਼ਾਰਤ ਦੁਆਰਾ ਚੱਲ ਰਹੇ ਸਥਾਨ ਦੀ ਪਵਿੱਤਰ ਮਰਜ਼ਾਦਾ ਦੇ ਮੁਤਾਬਕ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ। ਪੰਜ ਬਾਣੀਆਂ ਦਾ ਨਿਤਨੇਮ ਗੁਰੂ ਕੇ ਕੀਰਤਨੀਆਂ ਨੇ ਸੰਪੂਰਨ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਸੰਗਤਾਂ ਨੂੰ ਸ਼ਰਵਣ ਕਰਾਇਆ ਹੈ ਔਰ ਚੱਲ ਰਹੀ ਲੜੀਵਾਰ ਜੋ ਕਥਾ 92 ਅੰਗ 'ਤੇ ਜਾਰੀ ਹੈ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਸਰਵਣ ਕਰਨ ਦਾ ਸਾਰੀਆਂ ਸੰਗਤਾਂ ਨੂੰ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਪ ਜੀ ਸਿੰਘ ਸਾਹਿਬ ਜੀ ਤੋਂ ਔਰ ਗੁਰੂ ਮਹਾਰਾਜ ਦੇ ਮੁੱਖ ਗ੍ਰੰਥੀ ਸਿੰਘ ਜੀ ਤਥਾ ਸਮੇਂ ਸਮੇਂ ਦੇ ਅਨੁਸਾਰ ਗੁਰਸਿੱਖ ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰਦੇ ਹਨ। ਪਰਮ ਪਵਿੱਤਰ ਬਾਣੀ ਦੇ ਵਿਚਾਰ ਸਰਵਣ ਕਰਕੇ ਸਮੇਂ ਨੂੰ ਸਫਲ ਬਣਾਉਂਦੇ ਹੋ। ਭਗਤ ਕਬੀਰ ਜੀ ਦੇ ਨਾਲ ਤਥਾ ਗੁਰੂ ਸਾਹਿਬਾਂ ਦੇ ਨਾਲ ਬੇਅੰਤ ਪ੍ਰਕਾਰ ਦੇ ਜਿਹੜੇ ਜਗਿਆਸੂ ਹੈ, ਸ਼ਰਧਾਵਾਨ ਵੀ ਆਉਂਦੇ ਹੈ, ਕੁਤਰਕਾਂ ਕਰਨ ਵਾਲੇ ਵੀ ਆਉਂਦੇ ਰਹਿੰਦੇ ਆ। ਉਹ ਫਿਰ ਜਿਹੋ ਜਿਹਾ ਕੋਈ ਉੱਤਮ ਜਗਿਆਸੂ ਹੈ, ਮੱਧਮ ਆ ਜਾਂ ਕਨਿਸ਼ਟ ਆ ਜਾਂ ਆਦਮ ਹੈ, ਬਿਲਕੁਲ ਹੀ ਨੀਚ ਵਿਅਕਤੀ ਦਾ ਹਰ ਕਨਾ ਬਾਹ ਪੈਂਦਾ ਹੈ। ਆਪਣੇ ਗਿਆਨ ਦੁਆਰਾ, ਵਿਚਾਰ ਦੁਆਰਾ ਹਰੇਕ ਨੂੰ ਫਿਰ ਉਹ ਸੰਤੁਸ਼ਟ ਕਰਕੇ, ਸ਼ੰਕੇ ਤੋਂ ਰਹਿਤ ਕਰਕੇ ਉਸ ਦੇ ਮਨ ਨੂੰ ਬਿਲਕੁਲ ਸ਼ਾਂਤ ਕਰ ਦਿੰਦੇ ਹਨ। ਜਿਸ ਤਰ੍ਹਾਂ ਕੱਚਾ ਦੁੱਧ ਹੈ, ਜਿਹੜੇ ਅੱਗ 'ਤੇ ਰੱਖਦੇ ਹਾਂ ਇੱਕਦਮ ਉਬਲਦਾ ਹੈ ਅਤੇ ਜਦੋਂ ਰੇਜੇ ਪੈ ਜਾਏ ਉਸੇ ਬਰਤਨ ਵਿੱਚ ਟਿਕ ਜਾਂਦਾ ਹੈ। ਇਸ ਤਰ੍ਹਾਂ ਜਿਹੜੇ ਕੱਚੀ ਬਿਰਤੀ ਦੇ ਮਨੁੱਖ ਆ, ਉਹਨਾਂ ਦੇ ਅੰਦਰ ਕਈ ਤਰ੍ਹਾਂ ਦੇ ਸੰਸੇਵ ਫਰਜ਼ੇ ਵਾਲੀ ਬੁੱਧੀ ਹੁੰਦੀ ਹੈ ਔਰ ਉਹਨਾਂ ਦੇ ਮਨ 'ਚ ਬੜੀ ਵਿਖੇਪਤਾ, ਚੰਚਲਤਾ ਹੁੰਦੀ ਹੈ। ਅਤੇ ਜਦੋਂ ਫਿਰ ਸਿਆਣੇ ਪੁਰਸ਼ ਦੀ ਸੰਗਤ ਕਰਦੇ ਆ, ਉਹ ਫਿਰ ਆਪਣੇ ਵਿਚਾਰ ਦੁਆਰਾ ਉਹਨਾਂ ਦੇ ਮਨ ਨੂੰ ਸ਼ਾਂਤ ਕਰ ਦਿੰਦੇ ਹਨ। ਇਹ ਜੋ ਸ਼ਬਦ ਹੈ ਕਿ ਇੱਕ ਪੰਡਤ ਦੇ ਨਾਲ ਚੰਗਾ ਵਿਦਵਾਨ ਵਿਚਾਰ ਹੋ ਰਹੀ ਹੈ ਅਤੇ ਕੁਝ ਦਸਵੰਧਵਾਰ ਬਾਰੇ ਵੀ ਬਚਨ ਵਿਲਾਸ ਚੱਲ ਰਿਹਾ ਹੈ। ਫਿਰ ਜੋਗੀ ਆ ਗਿਆ, ਜੋਗੀ ਦੇ ਨਾਲ ਵੀ ਹੈ ਵੀ ਕਬੀਰ ਸਾਹਿਬ, ਅਸੀਂ ਤਾਂ ਇਸ ਤਰ੍ਹਾਂ ਸ਼ਰਾਬ ਕੱਢਦੇ ਹਾਂ ਪਹਿਲੇ ਤੋੜ ਦੀ, ਉਹ ਪੀ ਕੇ ਫਿਰ ਅਸੀਂ ਯੋਗਾਨੰਦ ਦੇ ਵਿੱਚ ਲੀਨ ਹੋ ਜਾਂਦੇ ਹਾਂ, ਆਨੰਦ ਪ੍ਰਾਪਤ ਕਰਦੇ ਹਾਂ। ਤੁਸੀਂ ਵੀ ਇਹਦੇ ਬਾਰੇ ਕੋਈ ਜਿਹੜੀ ਵਿਚਾਰ ਹੈ ਦੱਸੋ ਵੀ ਇਸ ਤਰ੍ਹਾਂ ਦਾ ਨਸ਼ਾ ਪੱਤਾ ਕਰਦੇ ਹਾਂ। ਕਬੀਰ ਸਾਹਿਬ ਕਹਿਣ ਲੱਗੇ, ਜਿਹੜੇ ਨਸ਼ੇ ਹੈ, ਝੂਠਾ ਮਦ ਮੂਲ ਨਾ ਪੀਛੇ, ਇਹਦਾ ਕਦੀ ਭੁੱਲ ਕੇ ਨਹੀਂ ਪੀਣਾ ਚਾਹੀਦਾ। ਅਤੇ ਜਿਹੜੇ ਸੱਚੇ ਨਾਮ ਦੀ ਆਪਣੇ ਸ਼ਰਾਬ ਹੈ, ਉਹ ਮਨ ਦੇ ਵਿਕਾਰ ਵੀ ਦੂਰ ਕਰਦੀ ਹੈ, ਸਰੀਰ ਦਾ ਵੀ ਨਾਸ਼ ਨਹੀਂ ਕਰਦੀ, ਪੈਸੇ ਦਾ ਵੀ ਨਾਸ਼ ਨਹੀਂ ਕਰਦੀ, ਮਨ ਦੀ ਬਿਰਤੀ ਨੂੰ ਵੀ ਨਹੀਂ ਵਿਗਾੜਦੀ। ਅਸੀਂ ਉਹ ਨਾਮ ਰੂਪੀ ਅੰਮ੍ਰਿਤ ਦਾ ਜਿਹੜਾ ਨਸ਼ਾ ਉਹ ਪਾਨ ਕੀਤਾ ਹੈ। ਉਹ ਸਾਰੇ ਸ਼ੰਕੇ ਜਿਹੜੇ ਹੈ ਨਿਵਰਤ ਕਰ ਰਹੇ ਆ, ਕਿਉਂਕਿ ਬਾਣੀ ਜਿਹੜੀ ਹੈ ਇਹਦੇ ਵਿੱਚ ਪ੍ਰਸ਼ਨ ਅਤੇ ਉੱਤਰ ਚੱਲਦੇ ਰਹਿੰਦੇ ਆ। ਹੋਰ ਜਿਹੜੇ ਗ੍ਰੰਥ ਆ, ਕਈ ਵਾਰੀ ਪ੍ਰਸ਼ਨ ਕਿਤੇ ਹੁੰਦਾ ਅਤੇ ਉੱਤਰ ਕਿਤੇ ਹੁੰਦਾ, ਉਹ ਲੱਭਣ ਵਾਸਤੇ ਬੜਾ ਯਤਨ ਕਰਨਾ ਪੈਂਦਾ ਹੈ। ਔਰ ਗੁਰੂ ਗ੍ਰੰਥ ਸਾਹਿਬ ਦੀ ਐਸੀ ਪਵਿੱਤਰ ਬਾਣੀ, ਗੁਰੂ ਮਹਾਰਾਜ ਕਿਰਪਾ ਕਰ ਗਏ, ਨਾਲੇ ਹੀ ਪ੍ਰਸ਼ਨ ਨਾਲੇ ਹੀ ਉੱਤਰ ਦੇ ਦਿੰਦੇ ਆ, ਕੋਈ ਸ਼ੰਕਾ ਨਹੀਂ ਮਾਰੇ ਰਹਿਣ ਦਿੰਦੇ। ਇਸੇ ਕਰਕੇ ਗੁਰਬਾਣੀ ਨੂੰ ਮਹਾਰਾਜ ਨੇ ਗੁਰੂ ਦਾ ਦਰਜਾ ਦਿੱਤਾ। ਗੁਰੂ ਦਾ ਕੰਮ ਹੈ ਕਿ
ਮਨ ਵਿੱਚ ਪੈਦਾ ਹੋਣ ਵਾਲੇ ਜਿਹੜੇ ਸੰਸ਼ੇ ਹੈ ਉਹਨਾਂ ਨੂੰ ਨਿਵਰਤ ਕਰਨਾ। ਇਸ ਕਰਕੇ ਬਾਣੀ ਵਿੱਚ ਇਹ ਬੜੀ ਭਾਰੀ ਵਿਸ਼ੇਸ਼ਤਾ ਹੈ ਕਿ ਪ੍ਰਸ਼ਨ ਨਾਲ ਹੀ ਉੱਤਰ ਦੇ ਜਾਂਦੇ। ਸੋ ਸੱਚੇ ਪਾਤਸ਼ਾਹ ਨੇ ਅੱਜ ਭਗਤਾਂ ਦੀ ਬਾਣੀ ਦੁਆਰਾ ਆਪ ਕਿਰਪਾ ਕਰਕੇ ਵਿਚਾਰ ਬਖਸ਼ਦੇ ਹੈ, ਕਿਉਂਕਿ ਭਗਤ ਜਿਹੜੇ ਹੈ ਦੋਹਾਂ ਸੂਬਿਆਂ ਦੇ ਵੀ ਹੋਏ ਹੈ, ਉੱਥੇ ਉਹਨਾਂ ਦੀਆਂ ਬੋਲੀਆਂ ਵੀ ਵੱਖਰੀਆਂ ਵੱਖਰੀਆਂ। ਅਤੇ ਜਦੋਂ ਮਹਾਰਾਜ ਦੀ ਕਿਰਪਾ ਦੇ ਉਹ ਪਾਤਰ ਬਣੇ ਆ, ਮਹਾਰਾਜ ਨੇ ਉਹਨੂੰ ਦਿੱਤੇ ਆਪਣੀ ਮਿਹਰ ਦੀ ਦ੍ਰਿਸ਼ਟੀ ਪਾਈ ਅਤੇ ਉਹਨਾਂ ਨੇ ਫਿਰ ਇਹ ਗੁਰਮੁਖੀ ਬੋਲੀ ਦੇ ਵਿੱਚ ਜਿਹੜੇ ਸ਼ਬਦ ਆ ਉਹ ਉਚਾਰਨ ਕੀਤੇ ਆ। ਔਰ ਜੇ ਕੋਈ ਦੂਸਰੀ ਬੋਲੀ ਵੀ ਆ ਉਹਦੇ 'ਚ ਵੀ ਉਹਨਾਂ ਨੇ ਗੁਰਮਤਿ ਨੂੰ ਪ੍ਰਧਾਨ ਰੱਖਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਖਸ਼ਿਸ਼ ਦੇ ਪਾਤਰ ਭਗਤ ਕਬੀਰ ਸਾਹਿਬ, ਉਹਨਾਂ ਦੀ ਬਾਣੀ ਵਿੱਚੋਂ ਸ਼ਬਦ ਦੀ ਵਿਚਾਰ ਸਰਵਣ ਕਰਦੇ ਹਾਂ। ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਲਈ ਗੱਜ ਵੱਜ ਕੇ ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਭਗਤ ਕਬੀਰ ਜੀ ਓਕਾਰ। ਸ੍ਰੀ ਰਾਗ, ਸ੍ਰੀ ਦਾ ਮਤਲਬ ਹੈ ਸ਼੍ਰੋਮਣੀ। ਰਾਗਾਂ ਵਿੱਚ ਸ੍ਰੀ ਰਾਗ ਹੈ। ਜਿਹੜੇ ਆਪਣੇ ਬੜੇ ਬੜੇ ਰਾਗੀ ਵਿਦਵਾਨ ਆ, ਉਹਨਾਂ ਨੇ ਕਈ ਵਾਰੀ ਵਿਚਾਰ ਹੋਏ ਹੈ, ਉਹ ਦੱਸਦੇ ਵੀ ਜਿਹੜਾ ਸ੍ਰੀ ਰਾਗ ਗਾ ਲਵੇ ਉਹ ਫਿਰ ਦੂਏ ਰਾਗਾਂ ਦੀ ਵੀ ਮਹਾਰਤ ਪ੍ਰਾਪਤ ਕਰ ਸਕਦਾ। ਇਹ ਰਾਗ ਦੇ ਵਿੱਚ ਐਸੀ ਬਰਕਤ ਹੈ ਅਤੇ ਜੇ ਕੋਈ ਸਹੀ ਰਾਗੀ ਉਸ ਮੰਜ਼ਿਲ 'ਤੇ ਪਹੁੰਚ ਜਾਏ ਅਤੇ ਕੋਹਲੂ ਆਪਣੇ ਆਪ ਦੱਸਦੇ ਚੱਲਣ ਲੱਗ ਜਾਂਦੇ ਆ। ਰਾਗਾਂ ਵਿੱਚ ਜਿਵੇਂ ਦੀਪਕ ਰਾਗ ਆ, ਦੀਵੇ 'ਚ ਤੇਲ ਬੱਤੀ ਪਾ ਕੇ ਰੱਖ ਦਿਓ, ਅਤੇ ਜੇ ਸਹੀ ਰਾਗੀ ਦੀ ਮਹਾਰਤ ਹੋਵੇ ਅਤੇ ਉਹ ਦੀਵਾ ਆਪੇ ਜਗ ਪਏਗਾ। ਪਰੰਤੂ ਉਸ ਰਾਗ ਦਾ ਸ਼ਬਦ ਪੜ੍ਹ ਲੈਣਾ ਇੱਕ ਵੱਖਰੀ ਗੱਲ ਹੈ, ਪਰ ਉਸ ਰਾਗ ਵਿੱਚ ਗਾਉਣਾ, ਲੈਅ ਤਾਰ, ਬੰਦਿਸ਼ ਪੂਰੀ ਜਿਹੜੀ ਹੈ ਉਹ ਹਰ ਇੱਕ ਨਹੀਂ ਕਰ ਸਕਦਾ। ਸੋ ਇਸ ਵਾਸਤੇ ਸ੍ਰੀ ਰਾਗ, ਅਤੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਸ੍ਰੀ ਰਾਗ ਨੂੰ ਪਹਿਲੇ ਨੰਬਰ 'ਤੇ ਰੱਖਿਆ। ਭਾਵੇਂ ਰਾਗਮਾਲਾ ਦੇ ਅੰਦਰ ਭੈਰੋਂ ਰਾਗ ਨੂੰ ਰੱਖਿਆ। ਸੋ ਇਸ ਵਾਸਤੇ ਸ੍ਰੀ ਨਾਮ ਹੈ ਸ਼੍ਰੋਮਣੀ। ਸ੍ਰੀ ਰਾਗ ਇਹਦੇ ਵਿੱਚ ਸ਼ਬਦ ਕਿਹਦਾ ਹੈ? ਭਗਤ ਕਬੀਰ ਜੀਓ ਕਾ। ਦੇਖੋ ਮਹਾਰਾਜ ਦੀ ਕਿੰਨੀ ਸਤਿਕਾਰ ਬਿਰਤੀ ਹੈ। ਆਮ ਹੁੰਦਾ ਨਾ ਓਏ ਓਏ ਕਹਿ ਕੇ ਬੁਲਾਉਂਦੇ, ਪਰ ਜਿਹੜੇ ਸਿਆਣੇ ਪੁਰਸ਼ ਆ, ਚਾਹੇ ਉਹਨਾਂ ਤੋਂ ਕੋਈ ਛੋਟਾ ਵੀ ਆ, ਉਹਨੂੰ ਵੀ ਉਹ ਜੀ ਕਹਿ ਕੇ ਬੁਲਾਉਣਗੇ, ਕਿਉਂਕਿ ਬੱਚੇ ਅੰਦਰ ਜਦੋਂ ਭਾਵਨਾ ਹੋਏਗੀ ਉਹ ਫਿਰ ਹੀ ਬਜ਼ੁਰਗ ਦਾ, ਕਿਸੇ ਵਿਦਵਾਨ ਦਾ ਸਤਿਕਾਰ ਕਰੇਗਾ। ਅਤੇ ਜੇ ਬੱਚਿਆਂ ਨੂੰ ਪਹਿਲਾਂ ਹੀ ਆਦਤ ਇਹੋ ਜਿਹੀ ਪਾ ਦਈਏ, ਹੁਣ ਫਿਰ ਸਤਿਕਾਰ ਕੀ ਕਰਨਾ? ਨਾ ਆਪਣੇ ਉਹ ਟੀਚਰ, ਪ੍ਰੋਫੈਸਰ, ਪ੍ਰਿੰਸੀਪਲ ਦਾ, ਨਾ ਮਾਤਾ ਪਿਤਾ ਦਾ, ਨਾ ਕਿਸੇ ਹੋਰ ਮੁਖੀ ਪੁਰਖ ਦਾ ਸਤਿਕਾਰ ਕੇ ਨਾ ਆਪਣੇ ਕਰਾ ਸਕੇਗਾ। ਇਸ ਵਾਸਤੇ ਸ੍ਰੀ ਰਾਗ ਭਗਤ ਕਬੀਰ ਜੀਓ ਕਾ। ਭਾਵੇਂ ਕਬੀਰ ਸਾਹਿਬ ਉਹਨਾਂ ਦੇ ਚੇਲੇ ਵਾਲੇ ਹੀ ਹੈ, ਫਿਰ ਵੀ ਮਹਾਰਾਜ ਸਤਿਕਾਰ ਦਾ ਸ਼ਬਦ ਬਖਸ਼ਿਆ। ਸ੍ਰੀ ਰਾਗ ਹੈ ਭਗਤ ਕਬੀਰ ਜੀਓ ਦਾ ਇਹ ਸ਼ਬਦ ਹੈ। ਅਚਰਜ ਏਕ ਸੁਨੋ ਰੇ ਪੰਡਿਆ, ਆਪ ਕਿਛ ਕਹਿਣ ਨਾ ਜਾਈ। ਕਹਿਣ ਲੱਗੇ ਮਹਾਰਾਜ ਤੁਹਾਡੀ ਜਿਹੜੀ ਅੰਦਰਲੀ ਅਵਸਥਾ ਹੈ ਨਾ, ਉਹਦੇ ਬਾਰੇ ਦੱਸੋ। ਕਹਿਣ ਲੱਗੇ ਅਚਰਜ ਏਕ ਸੁਨੋ ਰੇ ਪੰਡਿਆ। ਇਹ ਪੰਡਿਆ, ਪੰਡਾ ਨਾਮ ਹੁੰਦਾ ਬੁੱਧੀ ਦਾ। ਜਿਹੜਾ ਬੁੱਧੀਵਾਨ ਪੁਰਸ਼ ਹੈ ਉਹਨੂੰ ਪੰਡਿਤ ਕਹਿ ਦਿੰਦੇ ਆ। ਅੱਜ ਕੱਲ੍ਹ ਸਕਾਲਰ ਕਹਿ ਦਿੰਦੇ ਆ, ਜਾਂ ਬੁੱਧੀਜੀਵੀ ਕਹਿ ਦਿੰਦੇ ਆ, ਨਾਂ ਇਹ ਹੀ ਆ ਨਾ। ਪਰ ਉਹ ਪੰਡਾ ਨਾਮ ਸੰਸਕ੍ਰਿਤ 'ਚ ਹੁੰਦਾ ਬੁੱਧੀ ਦਾ। ਜਿਹੜਾ ਬੁੱਧੀਵਾਨ ਪੁਰਸ਼ ਆ ਉਹਨੂੰ ਪੰਡਿਤ ਕਹਿ ਦਿੰਦੇ ਆ।
ਸੋ ਇਸ ਵਾਸਤੇ ਕਹਿੰਦੇ ਇਹ ਪੰਡਿਤ ਜੀ ਤੁਸੀਂ ਪ੍ਰਸ਼ਨ ਬੜਾ ਮਹਿੰਗਾ ਕੀਤਾ। ਅਚਰਜ ਏਕ ਸੁਨੋ ਹਰੇ ਪੰਡਿਆ। ਇਹ ਪੰਡਿਆ ਇੱਕ ਅਚਰਜ ਗੱਲ ਤੁਹਾਨੂੰ ਸੁਣਾਉਂਦੇ ਹਾਂ। ਆਪ ਜੀ ਜੇ ਜਿਗਿਆਸਾ ਰੱਖਦੇ ਹਾਂ ਫਿਰ ਤਾਂ ਅਸੀਂ ਸੁਣਾ ਦਿਆਂਗੇ, ਅਤੇ ਜੇ ਹੈਗਾ ਵੀ ਦੇਖਣਾ ਹੀ ਆ ਵੀ ਕਿੰਨੇ ਕੁ ਪਾਣੀ 'ਚ ਹੈਗਾ, ਪਰਖ ਨਿਰਖ ਕਰਨੀ, ਉਹ ਗੱਲ ਫਿਰ ਵੱਖਰੀ ਹੁੰਦੀ ਹੈ। ਅਤੇ ਜੇ ਤੁਹਾਡੇ ਮਨ ਵਿੱਚ ਅੰਤਰੀਵੀ ਅਵਸਥਾ ਦਾ ਕੋਈ ਭੇਦ ਜਾਂ ਗਿਆਨ ਪ੍ਰਾਪਤ ਕਰਨ ਦੀ ਇੱਛਾ ਹੈ ਅਤੇ ਫਿਰ ਅਸੀਂ ਬਚਨ ਕਰਦੇ ਵੀ ਹਾਂ। ਕਿਉਂਕਿ ਜਿਹੜੇ ਮਹਾਂਪੁਰਖ ਹੁੰਦੇ ਆ, ਵੱਡੇ ਲੋਕ ਆ, ਆਤਮਾ ਆਨੰਦੀ ਲੋਕ ਆ, ਉਹ ਜ਼ਿਆਦਾ ਕੋਈ ਗੱਲਾਂ ਥੋੜ੍ਹੀ ਕਰਦੇ ਆ, ਕਿਉਂਕਿ ਉਹਨਾਂ ਨੂੰ ਅੰਦਰੋਂ ਰਸ ਆ ਜਾਂਦਾ। ਉਸ ਰਸ ਦੇ ਵਿੱਚ ਹੀ ਫਿਰ ਉਹ ਲੀਨ ਹੋ ਜਾਂਦੇ ਆ। ਇਸ ਕਰਕੇ ਜਦੋਂ ਫਿਰ ਆਪਣੇ ਆਪ ਤਾਂ ਉਹਨਾਂ ਨੂੰ ਕੋਈ ਫੁਰਨਾ ਹੁੰਦਾ ਹੀ ਨਹੀਂ। ਜਿਵੇਂ ਢੋਲ ਆ, ਡਗਾ ਮਾਰੋ ਫਿਰ ਹੀ ਬੋਲਦਾ ਨਾ। ਉਹ ਜਿਹੜੇ ਗਿਆਨਵਾਨ ਆ ਉਹਨਾਂ ਦੇ ਫੁਰਨੇ ਨਾਸ ਹੋ ਜਾਂਦੇ ਆ, ਕਿਉਂਕਿ ਜੀਵਨ ਮੁਕਤ ਪਈ ਬਾਸ਼ਨਾ ਨਾਸ, ਸਾਰੀਆਂ ਬਾਸ਼ਨਾ ਨਾਸ ਹੋ ਜਾਂਦੀਆਂ। ਇਹ ਤਿੰਨ ਤਰ੍ਹਾਂ ਦੀਆਂ ਹੁੰਦੀਆਂ, ਸੁੱਤ ਵਿਤ ਲੋਕ ਈਛਣਾ ਤਿੰਨੇ। ਪੁੱਤਰ ਦੀ ਇੱਛਾ, ਹਾਂਜੀ, ਅਤੇ ਲੋਕਾਂ ਵਿੱਚ ਮੇਰਾ ਜਸ ਹੋਵੇ, ਇਹ ਵੀ ਲੋਕਾਂ ਨੂੰ ਬੜੀ ਬਾਸ਼ਨਾ ਹੁੰਦੀ ਹੈ। ਅਤੇ ਮਾਇਆ ਪਦਾਰਥਾਂ ਦੀ ਹੁੰਦੀ ਹੈ। ਅਤੇ ਇਹ ਜਿਹੜੀਆਂ ਬਾਸ਼ਨਾਵਾਂ ਹੈਗੀਆਂ ਇਹ ਮਨ ਨੂੰ ਚੰਚਲ ਕਰਦੀਆਂ। ਉਹ ਜਿਹੜੇ ਐਸੇ ਲੋਕ ਆ ਉਹ ਸਿਮਰਨ ਕਰਦੇ ਹੈ। ਸਿਮਰਨ ਦਾ ਰਿਜ਼ਲਟ ਕੀ ਹੈ, ਨਤੀਜਾ ਕੀ ਹੈ? ਜਿਵੇਂ ਆਪੋ ਆਪਣੇ ਮਤ ਦਾ ਕੋਈ ਮੰਤਰ ਹੈ, ਅਤੇ ਗੁਰਮਤਿ ਵਿੱਚ ਵਾਹਿਗੁਰੂ ਮੰਤਰ ਨੂੰ ਪੰਜ ਪਿਆਰਿਆਂ ਨੇ ਬਖਸ਼ਿਸ਼ ਕੀਤੀ ਹੈ। ਇਹਦੇ ਜਪਣ ਦਾ ਮਤਲਬ ਕੀ ਹੈ? ਬਾਕੀ ਫੁਰਨੇ ਖਤਮ ਹੋ ਜਾਣ, ਇੱਕ ਵਾਹਿਗੁਰੂ ਦਾ ਸਿਮਰਨ ਜਾਂ ਵਾਹਿਗੁਰੂ ਹੀ ਜਿਹੜਾ ਉਹ ਸਾਖਿਆਤ ਹੋ ਜਾਏ, ਇਹ ਇਹਦਾ ਨਤੀਜਾ ਹੈ। ਅਤੇ ਜਿੰਨਾ ਚਿਰ ਫੁਰਨੇ ਆ ਉਹ ਮਨ ਨੂੰ ਟਿਕਣ ਨਹੀਂ ਦਿੰਦੇ। ਸਿਮਰਨ ਕਰਨ ਦਾ ਮਤਲਬ ਕੀ ਹੈ? ਸਾਰੇ ਫੁਰਨੇ ਖਤਮ ਕਰਨੇ। ਜਿਹੜੇ ਫੁਰਨੇ ਖਤਮ ਹੋ ਜਾਂਦੇ ਆ, ਮਨ ਕੁਦਰਤੀ ਟਿਕਾ ਦੇ ਵਿੱਚ ਹੋ ਜਾਂਦਾ ਹੈ। ਇਸ ਕਰਕੇ ਕਹਿੰਦੇ ਇਹ ਪੰਡਿਤ ਜੀ, ਜੇ ਤੁਸੀਂ ਇਸ ਗਿਆਨ ਵਿਚਾਰਧਾਰਾ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਜਾਂ ਸਾਡੇ ਅਵਸਥਾ ਬਾਰੇ ਪੁੱਛਣਾ ਚਾਹੁੰਦੇ ਆ, ਇਹ ਅਵਸਥਾ ਗੱਲਾਂ ਬਾਤਾਂ ਨਾਲ ਦੱਸਣ ਵਾਲੀ ਨਹੀਂ ਹੈਗੀ। ਇੱਕ ਸਧਾਰਨ ਗੱਲ ਇਹ ਹੈ, ਜੇ ਹੁਣ ਪੁੱਛੇ ਵੀ ਗੁੜ ਕੀ ਚੀਜ਼ ਆ, ਉਹ ਕਹੇ ਗੁੜ ਜਿਹੜਾ ਬਹੁਤ ਮਿੱਠਾ ਹੁੰਦਾ। ਜੇ ਉਹਨੂੰ ਕਹੀਏ ਵੀ ਕਿੰਨਾ ਕੁ ਮਿੱਠਾ ਹੁੰਦਾ, ਇਹ ਨਹੀਂ ਦੱਸ ਸਕਦਾ। ਉਹ ਇਹ ਦੱਸਣ ਵਿੱਚ ਆ ਹੀ ਨਹੀਂ ਸਕਦਾ। ਇੰਨਾ ਤਾਂ ਕਹਿ ਦਿਆਂਗੇ ਵੀ ਮਿੱਠਾ ਬਹੁਤ ਆ, ਕਿੰਨਾ ਕੁ ਮਿੱਠਾ ਇਹ ਨਹੀਂ ਦੱਸ ਸਕਦਾ। ਅਤੇ ਜਿਹੜਾ ਅੰਦਰਲਾ ਰਸ ਆ ਉਹਦਾ ਤਾਂ ਵਰਣਨ ਕਰਨਾ ਬਹੁਤ ਔਖਾ। ਉਹਦਾ ਜਿਹੜਾ ਕਮਾਈ ਕਰਕੇ ਉਸ ਰਸ ਨੂੰ ਅਨੁਭਵ ਕਰੇਗਾ ਉਹੀ ਜਾਣ ਸਕਦਾ ਹੈ। ਇਸ ਕਰਕੇ ਇਹ ਪੰਡਿਤ ਜੀ, ਜਿਹੜੀ ਅਵਸਥਾ 'ਤੇ ਅਸੀਂ ਗੁਰੂ ਕਿਰਪਾ ਨਾਲ ਪਹੁੰਚ ਗਏ ਹਾਂ, ਅਬ ਕਿਛ ਕਹਿਣ ਨਾ ਜਾਏ। ਕਹਿੰਦੇ ਉਸ ਅਵਸਥਾ ਬਾਰੇ ਹੁਣ ਕੁਝ ਵੀ ਕਿਹਾ ਨਹੀਂ ਜਾਂਦਾ। ਉਹ ਗੱਲਾਂ ਬਾਤਾਂ ਵਾਲੀ ਅਵਸਥਾ ਨਹੀਂ ਹੈਗੀ। ਅਬ ਤੋਂ ਜਾਏ ਚੜ੍ਹੈ ਸਿੰਘਾਸਨ, ਮਿਲ ਹੈ ਸਾਰੰਗ ਪਾਣੀ, ਆਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਇਸ ਵਾਸਤੇ ਹੁਣ ਉਹ ਜਿਹੜੀ ਅਵਸਥਾ ਉਹ ਬਚਨਾਂ ਦੁਆਰਾ ਕਹਿ ਕੇ ਦੱਸੀ ਨਹੀਂ ਜਾਂਦੀ, ਅਨੁਭਵ ਕਰਨ ਵਾਲੀ ਚੀਜ਼ ਹੈ। ਅਨੁਭਵ ਤਾਂ ਹੀ ਹੋਵੇਗਾ ਜੇ ਆਪਾਂ ਕਮਾਈ ਕਰਕੇ ਉਸ ਮੰਜ਼ਿਲ 'ਤੇ ਪਹੁੰਚਾਂਗੇ। ਇਸ ਕਰਕੇ ਕਹਿੰਦੇ ਇਹ ਪੰਡਿਤ ਜੀ, ਜਿਹੜੀ ਉਹ ਸਾਡੀ ਅਵਸਥਾ ਜੋ ਮਹਾਰਾਜ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਉਹ ਕਹਿ ਕੇ ਦੱਸੀ ਨਹੀਂ ਜਾਂਦੀ ਹੈ। ਪਰ ਜਿਹੜੇ ਸੰਸਾਰੀ ਜੀਵ ਆ ਉਹਨਾਂ ਦੀ ਅਵਸਥਾ ਤਾਂ ਮਾਇਆ ਪਦਾਰਥਾਂ 'ਚ ਹੀ ਹਨ। ਇਹ ਸੂਦੀ ਮੋਹਣੀ ਮਾਇਆ ਨੇ ਸੁਰ, ਅਤੇ ਜਿਹੜੇ ਇੰਦਰ ਆਦਿਕ ਆ, ਅਤੇ ਨਰ ਜਿਹੜੇ ਮਨੁੱਖ ਆ, ਗਣ ਜਿਹੜੇ ਸ਼ਿਵ ਜੀ ਦੇ ਟੋਣਾ ਛਾਉਣਾ ਆ, ਗੰਧਰਵ ਜਿਹੜੇ ਹਾਹਾ ਹੂ ਇੰਦਰ ਦੀ ਸਭਾ ਦੇ ਵਿੱਚ ਆਪਣਾ ਜਸ ਕਰਨ ਵਾਲੇ ਆ, ਇਹ ਵੱਡੇ ਵੱਡੇ ਪੁਰਸ਼ ਗਿਣੇ ਆ। ਇਸ ਕਰਕੇ ਕਹਿੰਦੇ ਆ, ਚਾਹੇ ਉਹ ਗੰਧਰਵ ਆ, ਇਹ ਸਾਰੇ ਮਾਇਆ ਨੇ ਮੋਹੇ ਹੋਏ ਆ। ਨਕਟੀ ਕੋ ਠਨ ਕਨ ਬਾਂਡਾੜੂ, ਕਿਨੇ ਬਵੇਕੀ ਕਾਟੀ ਤੂੰ।
सगलियां की हों बहन भानजी, जिन्हें बरी तिस चेरी। इस वास्ते इस सरपणी उपर नहीं को बलिया, जिन ब्रह्मा विष्णु महादेव छलिया। ये हिंदू मत विच बड़े देवते तो यही हैं, ब्रह्मा विष्णु शिव है। इन्हों भावें भगवान जान के पूजते हैं, पर महाराज सच्चे पातशाह कहते हैं परमेश्वर की माया ऐसी प्रबल है कि उस माया ने ये बड़े बड़े जिहड़े देवते है ये भी चले हुए है। सुरां दा मुखी जिहड़ा इंद्र है, ते जिहड़े उहदे नाल बैठण वाले देवी देवते है, ते जिहड़े अपने ये टौणा छौणा हैगे आ जां हाहा हू बड़े बड़े गंधर्व आ, ये भी उसने माया ने मोहे है। तिर भवन मेखली लाई, तिन्ने भवन जिहड़े मातलोक पताल ते स्वर्ग लोक। इस माया ने उन्होंने ऐसी मेख ला दी है कि माया के जाल विचों निकल नहीं सकते। जिमें किसी चीज़ मेख कटदी है ना, वो चीज़ फिर इधर उधर नहीं ना होंदी, अथवा ये माया की मेखली तड़ागी ऐसी इन्हों बन दी है कि सारा संसार माया के अधीन होके विचर रहा है। राजा नाम अनहद किंगुरी बाजै। हाँ हुण कहंदे ये तां हैगी है तिन्नां लोकां दे जीवां दी गल कि सारे इस माया दे जाल दे विच फसे हुए हैं। हुण वो ज्ञानवानां दी अवस्था दसदे है। राजा राम मैंने रमया होया, राजा जो प्रकाश रूप है। अनहद मैंने एक रस, जिहदी कोई हद सीमा नहीं। उहदी जिहड़ी हुक्म रूपी किंगरी है वो तिन्नां लोकां च बज रही है। भाव उहदा जिहड़ा हुक्म आ वो खंडां ब्रह्मंडां विच हर जगह दे विच चल रहा है। उहदे हुक्म तो बिना कोई पता नहीं झुलदा। इस करके उहदे हुक्म दे विच हुक्मी होण आकार हुक्म ना कहिया जाए, हुक्मी होण जी। ये जिन्ने जीव जंतु है जो कुछ भी है उहदे हुक्म दे अंदर आ। उहदी जिहड़ी किंगरी है ना, बाकी तार टुट जाए जां ढिली पै जाए वो फिटे फिटे पिजा करी जाऊगी, बेस्वादी बन जाएगी ना। पर जिहड़ी उहदी किंगरी हुक्म रूपी है वो सदा ही कसी रहिंदी है ते सदा अनहद एक रस बजदी है। उहदे विच कदी भी कोई कमी पेशी नहीं होंदी है। ऐसी उहदी हुक्म रूपी किंगरी और उहदा जिहड़ा जस रूपी बाजा है हर जगह विच बज रहा, क्योंकि परमात्मा दा जस जिहड़ा वो हमेशा कायम रहिंदा। बाकी किसी ने चंगा राग गाया वाह 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 हुंदी है, जे जोड़ी विच ढिल आ गई जां साज विच जिहड़ा भी है, चाहे तार दा है तां तार नाल ही संबंधित है। हुण हारमोनीयम है इहदे च भी तो तारां ही हैं, वो सुरां द्वारा काम करी जाने हैं। किते गज द्वारा करते हैं, किते मेहराब द्वारा करते हैं, तो कईयां नूं भुलेखा ये तांती साज है, ये तांती साज नहीं। तांती तो हर पासे हैगी है, इधर भी है जिहड़ियां सरगमां वो तारां ही हैं ना, सुरां ते फिट कीतियां होईयां। इस वास्ते वो पखे नाल चली जांदा है, दूजा कोई गज नाल चलदा, कोई मिजराब दे नाल चल रहा हैगा, तार दा ही चार चफेरे हैगा। सो इस वास्ते उहदी जिहड़ी किंगरी है वो अनहद एक रस बाजे बज रही है। भाव उहदा जिहड़ा हुक्म आ वो बड़ा अमोड़ है। चाहे कोई राजा है, चाहे कोई कंगाल है, चाहे कोई देवी देवता है, उहदे हुक्म दी किंगरी जिहड़ी है वो अनहद है, एक रस है। उहदी हद सीमा नहीं जां अनहद नास तो रहत है। वो हमेशा ही उहदी हुक्म रूपी तार जिहड़ी है वो खड़कदी रहिंदी है। जागी दृष्ट नाथ लिंग लागै। उहदी दृष्टि जिहड़ी है एक हुंदा वेद, एक हुंदा नाद। वेद मैंने हैगा ज्ञान, ते नाद नाम आ शब्द दा। गुरमुख नाद वेद विचार, और गुरमुख नादं गुरमुख वेदं
ਗੁਰਮੁਖ ਰਹਿਆ ਸਮਾਈ। ਇਸ ਵਾਸਤੇ ਕਹਿੰਦੇ ਜਿਹੜਾ ਉਹਦਾ ਨਾਦ ਨਗਾਰਾ ਵੱਜਦਾ, ਉਹਦਾ ਸਾਜ਼ ਵੱਜਦਾ ਅਗੰਮੀ, ਉਹਦੇ ਵਿੱਚ ਐਸੀ ਤਾਕਤ ਹੈ ਲਿਵ ਲਾਗੈ। ਜਦੋਂ ਦਿਵ ਦ੍ਰਿਸ਼ਟੀ ਪਾਉਂਦੇ ਆ ਨਾ ਅਤੇ ਕੁਦਰਤੀ ਉਹਦੀ ਆਵਾਜ਼, ਉਹਦੀ ਧੁਨ ਸੁਣ ਕੇ ਇੱਕ ਤਾਂ ਵਰਨ ਆਤਮਕ ਆ, ਵਰਨ ਹੁੰਦਾ ਜਿਹੜਾ ਅੱਖਰਾਂ ਵਿੱਚ ਸ਼ਬਦ ਹੁੰਦਾ, ਇੱਕ ਹੁੰਦਾ ਧੁਨ। ਅਤੇ ਜਦੋਂ ਵਾਰ ਵਾਰ ਆਪਾਂ ਸ਼ਬਦ ਦਾ ਅਭਿਆਸ ਪੈਦਾ ਕਰਦੇ ਨਾ, ਇਹ ਧੁਨ ਪੈਦਾ ਹੋ ਜਾਂਦੀ ਹੈ। ਸੌਖਾ ਸਮਝਣ ਲਈ ਜਿਵੇਂ ਆਪਾਂ ਘੜਿਆਲ 'ਤੇ ਥੋੜ੍ਹਾ ਮਾਰਦੇ ਹਾਂ ਅਤੇ ਕੁਝ ਸਮੇਂ ਬਾਅਦ 'ਚੋਂ ਧੁਨ ਨਿਕਲਦੀ ਰਹਿੰਦੀ ਨਾ, ਇਸ ਤਰ੍ਹਾਂ ਜਦੋਂ ਅਸੀਂ ਨਾਦ ਸ਼ਬਦ ਦਾ ਅਭਿਆਸ ਕਰਦੇ ਹਾਂ ਅਤੇ ਸਾਡੇ ਅੰਦਰ ਵੀ ਉਹ ਅੱਖਰ ਜਪਣ ਤੋਂ ਬਾਅਦ ਇੱਕ ਧੁਨ ਪੈਦਾ ਹੁੰਦੀ ਹੈ। ਧੁਨ ਦੇ ਵਿੱਚ ਐਡੀ ਸ਼ਕਤੀ ਹੈ, ਉਹ ਬੰਦੇ ਦੇ ਧਿਆਨ ਨੂੰ ਇਕਾਗਰ ਕਰ ਲੈਂਦੀ ਹੈ। ਅਤੇ ਬੜੀ ਖੁਸ਼ੀ ਹੈ ਸਿੰਘ ਸਾਹਿਬ ਸਤਿਕਾਰਯੋਗ ਗਿਆਨੀ ਰਘਵੀਰ ਸਿੰਘ ਜੀ, ਸੋ ਜੋ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਸਤਿਕਾਰ ਮਿਲਿਆ, ਬੜੇ ਹਰਮਨ ਪਿਆਰੇ ਹੈ। ਉਹਨੇ ਵੀ ਮਹਾਰਾਜ ਦੇ ਚਰਨਾਂ 'ਚ ਦਰਸ਼ਨ ਵਾਸਤੇ ਆਏ, ਹਾਜ਼ਰੀ ਭਰ ਰਹੇ, ਬਹੁਤ ਖੁਸ਼ੀ ਹੈ। ਸੋ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਕਿ ਨਾਦ ਲਿਵ ਲਾਗੈ। ਕਹਿੰਦੇ ਉਹਦੀ ਜਦੋਂ ਦਿਵ ਦ੍ਰਿਸ਼ਟੀ ਕਿਸੇ 'ਤੇ ਪੈ ਜਾਂਦੀ ਆ ਨਾ, ਅਤੇ ਮਹਾਰਾਜ ਦਾ ਅੰਮ੍ਰਿਤ ਰੂਪੀ ਨਾਦ ਸ਼ਬਦ ਪ੍ਰੇਮੀ ਜਨ ਸੁਣਦੇ ਆ, ਉਹ ਸ਼ਬਦ ਦੇ ਵਿੱਚ ਐਡੀ ਵੱਡੀ ਤਾਕਤ ਆ, ਲਿਵ ਲਾਗੈ। ਸੁਣਨ ਵਾਲਿਆਂ ਦੀ ਲਿਵ ਲੱਗ ਜਾਂਦੀ ਹੈ। ਭਾਈ ਪਾਲਾ ਜੀ ਦੀ ਜਨਮ ਸਾਖੀ ਪੜ੍ਹੋ, ਉੱਥੇ ਆਉਂਦਾ ਮਰਦਾਨਾ ਜੀ ਬਾਣੀ ਆਈ ਹੈ, ਰਬਾਬ ਛੇੜੋ। ਅਤੇ ਜਦੋਂ ਫਿਰ ਉਹ ਰਬਾਬ ਵਜਾਉਂਦੇ ਆ, ਮਹਾਰਾਜ ਆਪ ਆਪਣੀ ਰਸਨਾ ਤੋਂ ਸ਼ਬਦ ਕੀਰਤਨ ਕਰਦੇ ਆ, ਸਰੋਤਿਆਂ ਦੀ ਲਿਵ ਲੱਗ ਜਾਂਦੀ ਹੈ। ਅਤੇ ਜਿਹੜੇ ਜਾਨਵਰ ਪੰਛੀ ਹੈ, ਉਹ ਵੀ ਬੈਰ ਭਾਵ ਤਿਆਗ ਕੇ ਬਹਿ ਜਾਂਦੇ, ਨਿਓਲਾ ਅਤੇ ਸੱਪ, ਔਰ ਸ਼ੇਰ ਅਤੇ ਗਾਂ, ਬਘਿਆੜ ਬੱਕਰੀ ਬੈਰ ਭਾਵੇ ਤਿਆਗ ਦਿੰਦੇ, ਲਿਵ ਲੱਗ ਜਾਂਦੀ, ਐਸੀ ਸ਼ਕਤੀ ਹੈ। ਫਿਰ ਪ੍ਰੇਮੀਆਂ ਨੇ ਕਹਿਣਾ ਮਹਾਰਾਜ ਇਹ ਆਨੰਦ ਤਾਂ ਬੜਾ ਆਇਆ ਅਤੇ ਅਰਥ ਸਮਝ ਨਹੀਂ ਆਇਆ। ਫਿਰ ਮਹਾਰਾਜ ਆਪਣੀ ਰਸਨਾ ਤੋਂ ਵਿਆਖਿਆ ਕਰਦੇ ਸੀ, ਫਿਰ ਉਹ ਗਦ ਹੋ ਉੱਠਦੇ ਸੀ, ਮਹਾਰਾਜ ਬੜਾ ਆਨੰਦ ਆਇਆ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਕਿਰਪਾ ਕਰ ਦਿੰਦੇ ਸੀ। ਕਹਿੰਦੇ ਉਹ ਨਾਦ ਸ਼ਬਦ ਐਸਾ ਹੈ, ਜਦੋਂ ਆਪਣੀ ਦਿਵ ਦ੍ਰਿਸ਼ਟੀ ਪਾਉਂਦੇ ਆ ਅਤੇ ਸ਼ਬਦ ਸੁਣ ਕੇ ਉਹਦੇ ਲਿਵ ਲੱਗ ਜਾਂਦੀ। ਹੁਣ ਵੀ ਚੰਗੇ ਰਾਗੀ ਜਿਹੜੇ ਕੀਰਤਨ ਕਰਦੇ ਆ ਅਤੇ ਬੰਦੇ ਝੂਮਣ ਲੱਗ ਜਾਂਦੇ ਆ। ਸੱਪ ਦੇਖੋ ਹੈ ਜ਼ਹਿਰੀਲਾ ਜਾਨਵਰ, ਜੋਗੀ ਬੀਨ ਵਜਾਉਂਦਾ, ਉਹ ਵੀ ਝੂਮਣ ਲੱਗ ਜਾਂਦਾ, ਮੇਲਣ ਲੱਗ ਜਾਂਦਾ। ਨਾਦ ਦੇ ਵਿੱਚ ਐਸੀ ਸ਼ਕਤੀ ਹੈ, ਉਹ ਜਿਹੜੇ ਖੂਨਖਾਰ ਜ਼ਹਿਰੀਲੇ ਜਾਨਵਰ ਆ, ਉਹਨਾਂ ਦੀ ਵੀ ਲਿਵ ਲੱਗ ਜਾਂਦੀ ਹੈ, ਉਹ ਵੀ ਦੇਖ ਲਓ ਪ੍ਰਭਾਵ ਵਿੱਚ ਆ ਜਾਂਦੇ ਹੈ। ਅਤੇ ਇਸ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਹੈ, ਜਦੋਂ ਗੁਰੂ ਦਾ ਜਸ ਸੁਣਦੇ ਆ, ਉਹਨਾਂ ਦੀ ਵੀ ਮਹਾਰਾਜ ਦਿਵ ਦ੍ਰਿਸ਼ਟੀ ਪੈਣ ਨਾਲ, ਨਾਦ ਸ਼ਬਦ ਸੁਣਨਾ, ਲਿਵ ਲੱਗ ਜਾਂਦੀ ਹੈ। ਵਿਸਰਾਮ ਦੇ ਕੇ ਭਗਤ ਜੀ ਮਹਾਰਾਜ ਅਰਥ ਨੂੰ ਅੱਗੇ ਤੋਰਦੇ ਹਨ। ਪਾਠੀ ਗਗਨ ਸਿੰਘਿਆ ਅਰਜੁ ਗਿਆ, ਕਨਕ ਕਲਸ ਜਿਗ ਪਾਇਆ। ਜਿਸ ਤਰ੍ਹਾਂ ਜਿਹੜੇ ਸ਼ਰਾਬ ਕੱਢਣ ਵਾਲੇ ਲੋਕ ਆ, ਉਹ ਭੱਠੀ ਬਣਾਉਂਦੇ ਆ, ਸਿੰਘੀਆਂ ਚੁੰਗੀਆਂ ਦੋ ਨਾਲੀਆਂ ਲਾ ਕੇ ਅਤੇ ਫਿਰ ਉਹ ਸ਼ਰਾਬ ਵਗੈਰਾ ਕੱਢਦੇ ਆ, ਅਤੇ ਉਹ ਘੜੇ ਦੇ ਉੱਤੇ ਕੱਪੜਾ ਜਿਹਾ ਪਾਈ ਜਾਂਦੇ ਆ ਜਾਂ ਬੱਠਲ ਜਿਹਾ ਭਰ ਕੇ ਰੱਖ ਦਿੰਦੇ ਆ ਕਿ ਗਰਮ ਹੋ ਕੇ ਉੱਡ ਹੀ ਨਾ ਜਾਏ। ਇਸ ਤਰ੍ਹਾਂ ਦਾ ਕਈ ਕੁਝ ਉਹ ਅਡੰਬਰ ਜਿਹਾ ਕਰਦੇ ਆ। ਅਤੇ ਭਾਵੇਂ ਅੱਜ ਕੱਲ੍ਹ ਤਾਂ ਹੁਣ ਆਹ ਠੇਕਿਆਂ ਠੂਕਿਆਂ ਵਾਲੇ ਫੈਕਟਰੀਆਂ ਲੱਗ ਗਈਆਂ ਨੇ ਇਸ ਕੰਮ ਦੀਆਂ। ਇੱਕ ਪਾਸੇ ਕਹੀ ਜਾਂਦੇ ਆ ਵੀ ਨਸ਼ਾ ਮੁਕਤ ਸੰਸਾਰ ਕਰਨਾ, ਦੂਏ ਪਾਸੇ ਫੈਕਟਰੀਆਂ ਵੀ ਲਾਈ ਬੈਠੇ ਹੈ, ਆਮਦਨ ਵੀ ਇੱਧਰੋਂ ਬਹੁਤ ਪ੍ਰਾਪਤ ਕਰ ਰਹੇ ਹੈ। ਪਰ ਭਗਤ ਜੀ ਮਹਾਰਾਜ ਦੱਸਦੇ ਇਹ ਜਿਹੜੀਆਂ ਚੀਜ਼ਾਂ ਹੈ ਤਾਂ ਸਾਰੀਆਂ ਸਰੀਰ ਦਾ ਵੀ ਨਾਸ ਕਰਦੀਆਂ, ਮਨ ਨੂੰ ਵੀ ਬੇਕਾਰੀ ਬਣਾਉਂਦੀਆਂ। ਪੈਸੇ ਦਾ ਘਰ 'ਚ ਕਲਾ ਕਲੇਸ਼, ਕੋਈ ਵੀ ਨਸ਼ਾ, ਇਹ ਸਾਰੇ ਬੁਰੇ ਆ, ਚੰਗਾ ਕੋਈ ਵੀ ਹੈ ਨਹੀਂ। ਅਤੇ ਇੱਧਰ ਉਹ ਦੱਸਦੇ ਆ ਪਾਠੀ ਗਗਨ, ਕਹਿੰਦੇ ਪਾਠੀ ਕਿਹੜੀ ਹੈ? ਜਿਹੜੀ ਬ੍ਰਹਮ
ਗਿਆਨ ਰੂਪੀ ਅੱਗ ਜਲਾਈ ਹੈ। ਗਗਨ ਜਿਹੜਾ 10ਵਾਂ ਦੁਆਰ ਆ, ਸਿੰਘਿਆਂ ਔਰ ਚੂੰਗੀਆਂ ਅਤੇ ਜਿਹੜੀ ਈੜਾ ਸੁਰ ਆ ਅਤੇ ਚੂੰਗੀਆਂ ਜਿਹੜੀ ਸੂਰਜ ਸੁਰ ਆ। ਜਿਵੇਂ ਸਾਡੀ ਨਾਸਿਕਾ ਹੈ ਨਾ, ਖੱਬੀ ਸੁਰ ਜਿਹੜੀ ਹੈ ਇਹ ਈੜਾ ਆ, ਇਹ ਚੰਦਰਮਾ ਦੀ ਹੈ, ਅਤੇ ਜਿਹੜੀ ਸੱਜੀ ਹੈਗੀ ਆ ਇਹ ਸੂਰਜ ਸੁਰ ਆ। ਅਤੇ ਤਿੱਥੇ ਦੋਹਾਂ ਪ੍ਰਵਟਿਆਂ ਦੇ ਮੱਧ ਜਿਹੜੀ ਜਗ੍ਹਾ ਇਹ ਸੁਖਮਨ ਹੈ, ਜਿਹਨੂੰ ਤ੍ਰਿਕਟੀ ਵੀ ਕਹਿ ਦਿੰਦੇ ਆ, ਜੁਦੇ ਜੁਦੇ ਨਾਂ, ਤੀਸਰਾ ਤਿਲ ਵੀ ਕਹਿ ਦਿੰਦੇ ਆ। ਇਸ ਕਰਕੇ ਕਹਿੰਦੇ ਜਿਹੜਾ ਤਾਲੂ ਦੀ ਜਗ੍ਹਾ ਆ ਇਹ ਗਗਨ 10ਵਾਂ ਦੁਆਰ ਹੈਗਾ। ਕਹਿੰਦੇ ਜਦੋਂ ਈੜਾ ਜਿਹੜੀ ਚੰਦਰਮਾ ਸੁਰ ਆ ਇਹਦੇ ਦੁਆਰਾ ਸਵਾਸਾਂ ਨੂੰ ਖਿੱਚਿਆ, ਇਹਨੂੰ ਪੂਰਕ ਕਹਿ ਦਿੰਦੇ ਆ ਉਹ, ਅਤੇ ਫਿਰ ਸੱਜੀ ਸੁਰ ਦੁਆਰਾ ਸਵਾਸ ਕੱਢਿਆ, ਇਹਨੂੰ ਰੇਚ ਕਹਿ ਦਿੰਦੇ ਆ, ਸਵਾਸ ਦਾ ਤਿਆਗਣਾ। ਫਿਰ ਦੋਹਾਂ ਨੂੰ ਰੋਕ ਕੇ ਜਿਹੜਾ ਤ੍ਰਿਕਟੀ 'ਚ ਸਵਾਸ ਨੂੰ ਟਿਕਾਉਣਾ ਅਤੇ ਇਸ ਨੂੰ ਆਪਣੇ ਸਾਹ ਜਿਹੜੀ ਸੁਖਮਨ ਨਾੜੀ ਹੈ, ਔਰ ਈੜਾ ਪਿੰਗਲਾ ਔਰ ਸੁਖਮਨ, ਪੂਰਕ ਰਿੰਜਕ ਅਤੇ ਕੁੰਭਕ, ਉਹਨੂੰ ਕੁੰਭਕ ਕਹਿ ਦਿੰਦੇ ਆ। ਇਹ ਸਵਾਸਾਂ ਦਾ ਉੱਥੇ ਟਿਕਾਉਣਾ। ਇਸ ਜਗ੍ਹਾ ਦੇ ਵਿੱਚ ਇੱਕ ਨਾੜੀ ਹੈ, ਜਿਸ ਤਰ੍ਹਾਂ ਸਪਣੀ ਕੁੰਡਲ ਮਾਰ ਕੇ ਬਹਿੰਦੀ ਨਾ, ਉਹ ਇਸ ਢੰਗ ਨਾਲ ਹੈ। 10ਵਾਂ ਦੁਆਰ ਦਾ ਰਾਹ ਬੰਦ ਕਰਕੇ ਬੈਠੀ ਹੈ। ਜਿਵੇਂ ਦਰਵਾਜ਼ੇ ਦੇ ਵਿੱਚ ਕੋਈ ਬੈਠਾ ਹੋਵੇ ਅਤੇ ਜਿੰਨਾ ਚਿਰ ਉਹਨੂੰ ਪਾਸੇ ਨਹੀਂ ਕਰਦੇ ਆਪਾਂ ਅੰਦਰ ਨਹੀਂ ਨਾ ਆ ਸਕਦੇ। ਉਹ ਜਦੋਂ ਫਿਰ ਆਪਾਂ ਅਭਿਆਸ ਕਰਦੇ ਹਾਂ ਅਤੇ ਹੌਲੀ ਹੌਲੀ ਫਿਰ ਉਹ ਨਾੜੀ ਜਿਹੜੀ ਹੈ ਖੁੱਲ੍ਹ ਜਾਂਦੀ ਹੈ। ਅਤੇ ਖੁੱਲ੍ਹਣ ਦਾ ਜਿਵੇਂ ਹੁਣ ਭੂਪੜਾ ਹੈਗਾ, ਜਿਹੜੇ ਹਵਾ ਭਰਦੀ ਹੈ ਇੱਕਦਮ ਸਿੱਧਾ ਹੋ ਜਾਂਦਾ। ਇਸ ਤਰ੍ਹਾਂ ਅਭਿਆਸ ਦੇ ਵੱਲ ਨਾਲ ਫਿਰ ਖੁੱਲ੍ਹ ਕੇ ਅਤੇ 10ਵਾਂ ਦੁਆਰ ਦੇ ਵਿੱਚ ਫਿਰ ਉਹ ਸਵਾਸਾਂ ਨੂੰ ਲੈ ਜਾਂਦੇ ਆ। ਕਹਿੰਦੇ ਜਿਹੜੀ ਇਹ ਬ੍ਰਹਮ ਗਿਆਨ ਰੂਪੀ ਭੱਠੀ ਜਗਾਈ ਹੈ, ਅਤੇ ਗਗਨ ਜਿਹੜਾ 10ਵਾਂ ਦੁਆਰ ਆ ਉੱਥੇ ਪਹੁੰਚਣ ਵਾਸਤੇ ਈੜਾ ਪਿੰਗਲਾ ਔਰ ਸੁਖਮਨਾ ਇਹ ਅਭਿਆਸ ਕੀਤਾ ਆ। ਫਿਰ 10ਵਾਂ ਦੁਆਰ 'ਚੋਂ ਜੋ ਨਾਮ ਰੂਪੀ ਅੰਮ੍ਰਿਤ ਪੈਦਾ ਹੋਇਆ, ਕਨਕ ਕਲ ਸਿੱਖ ਪਾਇਆ। ਕਨਕ ਨਾਮ ਸੋਨੇ ਦਾ, ਸੋਨੇ ਵਾਂਗ ਜਦੋਂ ਆਪਣੇ ਮਨ ਸ਼ੁੱਧ ਹੋ ਗਿਆ, ਪਵਿੱਤਰ ਹੋ ਗਿਆ, ਕਲਸ ਜਿਹੜਾ ਅੰਤਸਕਰਨ ਰੂਪੀ ਘੜਾ ਸੀ, ਇਹਦੇ ਵਿੱਚ ਅਸਾਨ ਹੈ ਉਸ ਪਰਮੇਸ਼ਰ ਦਾ ਇੱਕ ਨਾਮ ਰੂਪੀ ਅੰਮ੍ਰਿਤ ਜਿਹੜਾ ਹੈ, ਇਸ ਨੂੰ ਪਾਉਣਾ ਕੀਤਾ ਹੈ। ਜਦੋਂ ਕਹਿੰਦੇ ਫਿਰ ਇਹ 10ਵਾਂ ਦੁਆਰ ਦੀ 10ਵਾਂ ਦੁਆਰਾ ਆਗਮਾ ਅਪਾਰਾ ਪਰਮ ਪੁਰਖ ਕੀ ਘਾਟੀ ਇਹ ਅਵਸਥਾ ਹੋ ਜਾਂਦੀ ਹੈ। ਤੇ ਸਮੇਂ ਧਾਰ ਚੋਏ ਅਤ ਨਿਰਮਲ, ਨਿਰਮਲ ਮੈਨੇ ਮੈਲ ਤੋਂ ਰਹਿ ਪਵਿੱਤਰ। ਅੰਮ੍ਰਿਤ ਦੀ ਧਾਰਾ ਜਿਹੜੀ ਹੈ ਉਹ ਚੋਂਦੀ ਹੈ, ਭਾਵ ਅੰਮ੍ਰਿਤ ਰਸ ਪੈਦਾ ਹੋ ਜਾਂਦਾ। ਕਈ ਹੁਣ ਪ੍ਰੇਮੀ ਅਭਿਆਸ ਕਰਦੇ ਆ, ਕਹਿੰਦੇ ਜੀ ਮੇਰੀ ਰਸਨਾ 'ਤੇ ਮਿੱਠਾ ਮਿੱਠਾ ਸਵਾਦ ਆਉਂਦਾ ਰਹਿੰਦਾ, ਜਾਂ ਨੱਕ ਵਿੱਚੋਂ ਸੁਗੰਧੀ ਜਿਹੀ ਆਉਂਦੀ ਹੈ, ਸਰੀਰ ਵਿੱਚੋਂ ਵੀ। ਇਹ ਫਿਰ ਅਭਿਆਸ ਕਰਨਾ ਚੀਜ਼ਾਂ ਹੌਲੀ ਹੌਲੀ ਪੈਦਾ ਹੁੰਦੀਆਂ। ਆਮ ਬੰਦੇ ਨੂੰ ਹੁੰਦਾ ਪਹਿਲਾਂ ਵੀ ਗਪੋੜੇ ਹੀ ਹੈ, ਪਰ ਨਹੀਂ, ਜਦੋਂ ਆਪਾਂ ਕਰਾਂਗੇ ਫਿਰ ਵਾਕਿਆ ਹੀ ਅਨੁਭਵ ਹੋਣ ਲੱਗ ਜਾਂਦਾ ਹੈ। ਕਹਿੰਦੇ ਫਿਰ ਅਤ ਨਿਰਮਲ, ਅਤ ਸਹਿ ਕਰਕੇ ਬੜੀ ਨਿਰਮਲ, ਮੈਲ ਤੋਂ ਰਹਿਤ ਪਵਿੱਤਰ ਹੈ। ਹਾਂਜੀ, ਫਿਰ ਕਹਿੰਦੇ ਰਸ ਮੈਂ ਰਸਨ ਚੁਆਇਆ, ਰਸ ਰੂਪੀ ਜੋ ਸਾਰੇ ਰਸਾਂ ਦਾ ਘਰ ਪਰਮੇਸ਼ਰ ਆ, ਉਹਦਾ ਨਾਮ ਰੂਪੀ ਜਿਹੜਾ ਰਸ ਸੀ, ਜਦੋਂ ਰਸਨਾ ਦੁਆਰਾ ਉਸ ਨਾਮ ਨੂੰ ਜਪਿਆ ਅਤੇ ਫਿਰ ਰਸਨ ਚੁਆਇਆ। ਰਸਨਾ ਤੋਂ ਵੀ ਅੰਮ੍ਰਿਤ ਚੋਂਦਾ, ਅੰਮਿਓਂ ਚੱਲਿਆ ਝਰਨੇ। ਪਹਿਲੀ ਗੱਲ ਤੋਂ ਬਚਨ ਕਰਦੇ ਘੱਟ ਆ, ਜਿਹੜੇ ਉਹ ਮਹਾਂਪੁਰਖ ਗੁਰੋਂ ਪਿਆਰੇ ਗੁਰਸਿੱਖ ਬੋਲਦੇ ਆ, ਉਹਨਾਂ ਦੀ ਰਸਨਾ 'ਤੇ ਵੀ ਉਹ ਅੰਮ੍ਰਿਤ ਰੂਪੀ ਰਸ ਚੋਂਦਾ ਹੈ। ਆ ਮਿੱਠੇ ਔਰ ਪਿਆਰੇ ਸਾਰਿਆਂ ਦੇ ਕਲਿਆਣਕਾਰੀ ਬਚਨ ਕਰਦੇ ਹਨ। ਆ ਪੰਡਿਤ ਜੀ ਇੱਕ ਗੱਲ ਹੋਰ, ਇੱਕ ਜਿਹੜੀ ਇਹ ਬ੍ਰਹਮ ਦੇ ਪ੍ਰਾਪਤੀ ਵਾਲੀ ਬਾਤ ਬੜੀ ਅਨੂਪ ਸੁੰਦਰ ਬਣੀ ਹੈ, ਇਹ ਬੜੀ ਅਲੌਕਿਕ ਹੈ। ਬਾਕੀ ਗੱਲਾਂ ਜਿਹੜੀਆਂ ਗਲਾਵਾਂ ਹੀ ਆ, ਅਸਲੀ ਗੱਲ ਤਾਂ ਜੀ ਬ੍ਰਹਮ ਦੀ ਏਕਤਾ ਪਰਮਾਤਮਾ ਦੇ ਮਿਲਾਪ ਦੀ ਹੈ। ਉੱਥੇ ਜਾ ਕੇ ਕੋਈ ਦਵੈਸ਼ ਈਰਖਾ ਕੋਈ ਐਸੀ ਗੱਲ ਰਹਿ ਨਹੀਂ ਜਾਂਦੀ।
ਬੜਾ ਆਨੰਦ ਦਾ ਕਹਿੰਦੇ ਜੀ ਬਚਨ ਸੁਣ ਕੇ ਗਿਆਨੀ ਜੀ ਅੱਜ ਬੜਾ ਆਨੰਦ ਆਇਆ, ਬੜੀ ਕਥਾ ਸੀ, ਬੜਾ ਰਸ ਆਇਆ ਹੈ। ਕਹਿੰਦੇ ਇੱਕ ਜੋ ਬੜੀ ਅਨੂਪਮ ਸੁੰਦਰ ਬਾਤ ਬਣੀ ਹੈ, ਪਵਨ ਪਿਆਲਾ ਸਾਜਿਆ। ਫਿਰ ਕਹਿੰਦੇ ਜਿਹੜਾ ਪਵਨ ਵਾਂਗੂ ਉੱਡਣ ਵਾਲਾ ਮਨ ਸੀ, ਜਦੋਂ ਮਨ ਦੇ ਅੰਦਰੋਂ ਸਾਰੇ ਬਕਾਰ ਤਿਆਗ ਦਿੱਤੇ ਤੇ ਕਹਿੰਦੇ ਇਸ ਮਨ ਨੂੰ ਅਸੀਂ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪੀਣ ਵਾਸਤੇ ਪਿਆਲੇ ਦੀ ਨਿਆਏ ਸਾਜਿਆ ਬਣਾਇਆ ਹੈ। ਇਸ ਮਨ ਦੇ ਅੰਦਰੋਂ ਜਦੋਂ ਸਾਰੇ ਬਕਾਰ ਦੂਰ ਹੋ ਗਏ, ਜਿਵੇਂ ਕਿਸੇ ਪਿਆਲੇ ਦੇ ਨਾਲ ਕੋਈ ਚੀਜ਼ ਬਰਤਨ ਨਾਲ ਪੀਤੀ ਜਾਂਦੀ ਹੈ, ਇਹ ਮਨ ਨੂੰ ਐਸਾ ਪਿਆਲਾ ਬਣਾਇਆ ਕਿ ਐਸਾ ਪਿਆਲਾ ਸਾਜਿਆ, ਇਸ ਮਨ ਦੇ ਅੰਦਰੋਂ ਜਿਹੜਾ ਬਕਾਰ ਦ੍ਰਿਸ਼ਟੀ ਸੀ ਖਤਮ ਹੋ ਗਈ, ਆਤਮਾ ਗਿਆਨ ਵਾਲੀ ਦ੍ਰਿਸ਼ਟੀ ਪੈਦਾ ਹੋ ਗਈ। ਕਹਿੰਦੇ ਇਹਦੇ ਦੁਆਰਾ ਫਿਰ ਅਸੀਂ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕੀਤਾ ਹੈ। ਤੀਨ ਭਵਨ ਮੈਂ ਏਕੋ ਜੋਗੀ, ਕਹੋ ਕਵਨ ਹੈ ਰਾਜਾ। ਕਹਿੰਦੇ ਕੰਨ ਪੁੜਾ ਕੇ ਫਿਰਨ ਵਾਲੇ, ਪਿੰਡੇ ਨੂੰ ਸੁਆਹ ਮਲ ਕੇ, ਕਰੂਪ ਹੋ ਕੇ, ਜਟਾਂ ਵਧਾ ਕੇ ਫਿਰਨ ਵਾਲੇ ਤਾਂ ਪੰਡਿਤ ਜੀ ਜੋਗੀ ਬਹੁਤ ਮਿਲ ਜਾਣਗੇ, ਪਰ ਤਿੰਨਾਂ ਭਵਨਾਂ ਦੇ ਵਿੱਚ ਸਾਡੇ ਦ੍ਰਿਸ਼ਟੀ ਇੱਕ ਪਰਮਾਤਮਾ ਰੂਪੀ ਜੋਗੀ ਜਿਹੜਾ ਹਰ ਵੇਲੇ ਆਪਣੇ ਆਨੰਦ ਸਰੂਪ ਵਿੱਚ ਜੁੜਿਆ ਰਹਿੰਦਾ, ਅਤੇ ਬਾਕੀਆਂ ਦੇ ਮਨ ਤਾਂ ਕਈ ਪਾਸੇ ਭਟਕਦੇ ਰਹਿੰਦੇ ਹੈ। ਅਸਲੀ ਜੋਗੀ ਤਾਂ ਉਹ ਆ ਜਿਹਦਾ ਮਨ ਹਰ ਵੇਲੇ ਜੁੜਿਆ ਰਹਿੰਦਾ। ਉਹ ਵੀ ਜੋਗੀ ਹੈ ਜਿਹੜੇ ਉਹ ਪਟਾਰੀਆਂ 'ਚ ਸੱਪ ਲੈ ਕੇ ਘੁੰਮਦੇ ਹੈ, ਉਹਨਾਂ ਦੁਆਰਾ ਆਪਣੀ ਉਪਜੀਵਕਾ ਪੈਦਾ ਕਰਦੇ ਹੈ। ਹੁਣ ਤਾਂ ਸਰਕਾਰ ਨੇ ਇਹਨਾਂ 'ਤੇ ਵੀ ਬੈਨ ਜਿਹਾ ਲਾ ਦਿੱਤਾ ਹੈ, ਅਤੇ ਇਸ ਕਰਕੇ ਪਰ ਉਹ ਫਿਰ ਵੀ ਥੋੜ੍ਹਾ ਬਹੁਤ ਕਰਦੇ ਕਰਾਉਂਦੇ ਹੈ। ਵਿਆਹਾਂ ਸ਼ਾਦੀਆਂ 'ਚ ਵੀ ਇੱਕ ਦੂਜੇ ਨੂੰ ਦਾਜ ਦੂਜ ਦਿੰਦੇ ਹੈ, ਕੋਈ ਦਵਾਈਆਂ ਬੂਟੀਆਂ ਵਾਲੀ ਵੀ ਨਾਲ ਮਾੜੀ ਮੋਟੀ ਕਰਦੇ ਹੈ। ਪਰ ਅਸਲੀ ਕਹਿੰਦੇ ਜੋਗੀ ਕੌਣ ਹੈ? ਤੀਨ ਭਵਨ ਮੈਂ ਏਕੋ ਜੋਗੀ, ਤਿੰਨਾਂ ਭਵਨਾਂ 'ਚ ਇੱਕੋ ਜੋਗੀ ਜੁੜਿਆ ਹੋਇਆ। ਜੇ ਉਹਦੇ ਸ਼ਬਦ ਨਾਲ ਜੁੜਾਂਗੇ ਤਾਂ ਅਸੀਂ ਵੀ ਯੋਗ ਵਾਲੀ ਜਿਹੜੀ ਅਵਸਥਾ ਹੈ ਉਸ ਨੂੰ ਪ੍ਰਾਪਤ ਕਰ ਸਕਦੇ ਹਾਂ। ਕਹੋ ਕਵਨ ਹੈ ਰਾਜਾ, ਉਸ ਤੋਂ ਬਿਨਾਂ ਹੋਰ ਰਾਜਾ ਦੁਨੀਆ ਨੂੰ ਕੰਟਰੋਲ ਕਰਨ ਵਾਲਾ ਕੌਣ ਹੈ? ਉਹੀ ਰਾਜਾ ਪ੍ਰਕਾਸ਼ ਰੂਪ ਹੈ। ਬਾਕੀ ਦਾ ਰਾਜੇ ਰੂਜੇ ਵੀ ਹਨੇਰੇ ਵਿੱਚ ਹੀ ਘੁੰਮੀ ਜਾਂਦੇ ਹਨ। ਐਸੇ ਗਿਆਨ ਪ੍ਰਗਟਿਆ ਪ੍ਰਕੋਤਮ, ਕਹੋ ਕਬੀਰ ਰੰਗ ਰਾਤਾ। ਕਬੀਰ ਸਾਹਿਬ ਜੀ ਕਹਿੰਦੇ ਇਹ ਪੰਡਿਤ ਜੀ ਐਸਾ ਜਿਹੜਾ ਗਿਆਨ ਆ ਉਹਨਾਂ ਦੇ ਹਿਰਦੇ ਵਿੱਚ ਪ੍ਰਗਟ ਹੋਇਆ। ਕਿਹਨਾਂ ਦੇ? ਜਿਹੜੇ ਪੁਰਖਾਂ 'ਚੋਂ ਉੱਤਮ ਪੁਰਖ ਆ, ਸ੍ਰੇਸ਼ਟ ਪੁਰਖ ਆ, ਜਿਨ੍ਹਾਂ ਦੇ ਅੰਦਰ ਹਾਂਜੀ ਸਮ ਮਨ ਨੂੰ ਰੋਕਿਆ, ਦਮ ਇੰਦਰੀਆਂ ਦਾ ਦਮਨ ਕੀਤਾ, ਅਤੇ ਸ਼ਰਧਾ ਵੀ ਹੈਗੀ ਹੈ, ਔਰ ਸਮਾਧਾਨ ਇਕਾਗਰ ਅਵਸਥਾ ਵੀ ਹੈਗੀ ਹੈ, ਔਰ ਫਿਰ ਖਾਣ ਪੀਣ ਭੁੱਖ ਪਿਆਸ ਜੰਮਣ ਮਰਨ ਦੀ ਅਵਸਥਾ ਤੋਂ ਵੀ ਰਹਿਤ ਹੋ ਗਿਆ, ਛਿਆਂ ਬਕਾਰਾਂ ਤੋਂ। ਉਹ ਜਿਹੜੇ ਪੁਰਖਾਂ 'ਚੋਂ ਉੱਤਮ ਪੁਰਖ ਹਨ ਉਹਨਾਂ ਦੇ ਅੰਦਰ ਐਸਾ ਗਿਆਨ ਪ੍ਰਗਟ ਹੁੰਦਾ ਹੈ। ਕਹੋ ਕਬੀਰ ਰੰਗ ਰਾਤਾ। ਕਬੀਰ ਸਾਹਿਬ ਜੀ ਕਹਿੰਦੇ ਉਹ ਗੁਰਮੁਖ ਉਸ ਪਰਮਾਤਮਾ ਦੇ ਰੰਗ ਪਿਆਰ ਦੇ ਵਿੱਚ ਹਮੇਸ਼ਾ ਰਾਤਾ ਮੈਨੇ ਰਤੇ ਰਹਿੰਦੇ, ਲਿਵਲੀਨ ਰਹਿੰਦੇ ਆ। ਉਹਨਾਂ ਦੀ ਬਿਰਤੀ ਸਦਾ ਹੀ ਉਸ ਰਸ ਵਿੱਚ ਤਦਾਕਾਰ ਰਹਿੰਦੀ ਹੈ। ਔਰ ਦੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਣ ਮਾਤਾ। ਬਾਕੀ ਪੰਡਿਤ ਜੀ ਹੋਰ ਜਿਹੜੀ ਦੁਨੀਆ ਆ ਉਹ ਤਾਂ ਭਰਮਾਂ ਵਿੱਚ ਭੁੱਲੀ ਫਿਰਦੀ ਹੈ, ਪਰ ਜਿਹੜਾ ਗੁਰਮੁਖ ਪਿਆਰਾ ਗੁਰਸਿੱਖ ਆ, ਗੁਰੂ ਦੀ ਸਿੱਖਿਆ ਨੂੰ ਧਾਰਨ ਵਾਲਾ ਹੈ, ਉਹ ਰਮਿਆ ਹੋਇਆ ਰਾਮ, ਉਹਦਾ ਜਿਹੜਾ ਆਤਮਾ ਰਸ ਹਾਂਜੀ ਰਸਾਂ ਦਾ ਆਇਣਕਾਰ ਪਰਮੇਸ਼ਰ ਦਾ ਨਾਮ ਆ, ਉਹ ਜਪ ਕੇ ਉਹ 'ਚ ਮਾਤਾ ਮੈਨੇ ਮਸਤ ਰਹਿੰਦਾ ਹੈ। ਤਾਂ ਮਨ ਖੀਵਾ ਭਾਈ ਹੋਂਦ ਖੁਮਾਰੀ ਵਾਲੀ ਅਵਸਥਾ ਉਸ ਗੁਰਸਿੱਖ ਪਿਆਰੇ ਨੂੰ ਜਿਵੇਂ ਪੰਜਾਂ ਪਿਆਰਿਆਂ ਨੂੰ ਪ੍ਰਾਪਤ ਹੋਈ, 4 ਸਾਹਿਬਜ਼ਾਦਿਆਂ ਨੂੰ ਪ੍ਰਾਪਤ ਹੋਈ, 40 ਮੁਕਤਿਆਂ ਨੂੰ ਹੋਈ। ਮਾਤਾ ਅਜੀਤ ਕੌਰ ਜੀ ਨੇ ਬੇਨਤੀ ਕੀਤੀ ਸੀ ਨਾ ਕਿ ਮਹਾਰਾਜ ਪੁਰਾਣੇ ਜਿਹੜੇ ਜੋਗੀ ਸੀ ਉਹ 10 ਦੁਆਰ 'ਚ ਸੁਰਤੀ ਬਿਰਤੀ ਟਿਕਾ ਲੈਂਦੇ ਹੁੰਦੇ ਸੀ, ਅਤੇ ਉਹਨਾਂ ਨੂੰ ਬੜਾ ਅਨੁਭਵ ਹੋ ਜਾਂਦਾ ਸੀ। ਗੁਰਮਤਿ ਵਿੱਚ ਵੀ ਹੈ। ਮਹਾਰਾਜ ਕਹਿੰਦੇ ਕਿਉਂ ਨਹੀਂ? ਗੁਰੂ ਨਾਨਕ ਸਾਹਿਬ ਨੇ ਤਾਂ ਕੋਈ ਕਮੀ ਛੱਡੀ ਨਹੀਂ। ਬਾਕੀ ਮਤ ਮਤੰਤਰਾਂ ਵਿੱਚ ਤਾਂ ਬਹੁਤ ਕਮੀਆਂ ਪੇਸ਼ੀਆਂ, ਮਹਾਰਾਜ ਤਾਂ ਇੱਕ ਸੰਪੂਰਨ ਪੰਥ ਸਾਜਿਆ, ਕਿਰਪਾ ਕਰਕੇ ਗਏ। ਮਾਤਾ ਜੀ ਨੇ ਵੀ ਬੇਨਤੀ ਕੀਤੀ, ਕਹਿਣ ਲੱਗੇ ਤੜਕੇ
1 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਸਾਫ ਸੁਥਰੇ ਵਸਤਰ ਪਹਿਨ ਕੇ ਗੋਕੇ ਘਿਓ ਦੀ ਜੋਤ ਸਮੱਗਰੀ ਦਾ ਧੂਪ ਔਰ 33 ਮਾਲਾ ਮੂਲ ਮੰਤਰ ਦੀਆਂ ਇੱਕ ਮੰਨ ਕੇ ਤੇ ਇੱਕ ਵਾਰੀ ਪੜ੍ਹਨਾ ਅਤੇ ਇਸ ਤਰ੍ਹਾਂ ਤੁਸੀਂ ਇਹ ਜਾਪ ਕਰੋ। ਅਤੇ ਸਾਰੀ ਬ੍ਰਹਮਚਰਜ ਵਰਤ ਅਤੇ 8ਵੀਂ ਪਹਿਰੀ ਸਰਬਲੋਹ ਦਾ ਪਹਿਰਾ ਸੁੱਚ ਪਿਤਾ ਲੰਗਰ ਰੋਜ਼ਾਨਾ ਦੇਖ ਕਰਕੇ ਅਰਦਾਸ ਕਰਕੇ ਮਹਾਰਾਜ ਆਸ਼ੀਰਵਾਦ ਲੈ ਕੇ ਇਹ ਜਾਪ ਕਰਨਾ ਅਤੇ ਵੱਧ ਤੋਂ ਵੱਧ ਰਸਨਾ 'ਤੇ ਕੰਟਰੋਲ ਰੱਖਣਾ। ਮਾਤਾ ਜੀ ਨੇ 1 ਸਾਲ ਜਾਪ ਕੀਤਾ ਅਤੇ ਜਿਵੇਂ ਹੱਥ 'ਤੇ ਪਿਆ ਔਲਾ ਨਜ਼ਰ ਆਉਂਦਾ ਨਾ, ਸਾਰਾ ਹੀ ਤਿੰਨਾਂ ਲੋਕਾਂ 'ਚ 14 ਭਵਨਾਂ ਜੋ ਅਨੁਭਵ ਹੋ ਗਿਆ। ਮਾਤਾ ਜੀ ਕਹਿਣ ਲੱਗੇ ਮਹਾਰਾਜ ਕਿ ਮਹਾਰਾਜ 9ਵੇਂ ਪਾਤਸ਼ਾਹ ਸ਼ਹੀਦ ਸਾਹਿਬਜ਼ਾਦੇ 5 ਪਿਆਰਿਆਂ 40 ਮੁਕਤਿਆਂ ਅਨੰਦਪੁਰ ਇਸ ਤਰ੍ਹਾਂ ਬਰਾਨ ਹੋਰ ਬਹੁਤ ਕੁਝ ਨਜ਼ਰ ਆ ਰਿਹਾ ਵੀ ਇਹ ਸੁਪਨਾ ਹੀ ਹੈ ਜਾਂ ਸਹੀ ਹੈ। ਮਹਾਰਾਜ ਕਹਿੰਦੇ ਨਹੀਂ, ਇਹ ਸਾਰਾ ਜਿਹੜਾ ਤੁਹਾਨੂੰ ਅਨੁਭਵ ਹੈ ਸਹੀ ਹੈ। ਕਹਿੰਦੇ ਮਹਾਰਾਜ ਮੈਂ ਤਾਂ ਫਿਰ ਇਹ ਬਰਦਾਸ਼ਤ ਨਹੀਂ ਕਰ ਸਕਦੀ। ਮਹਾਰਾਜ ਕਹਿੰਦੇ ਫਿਰ ਸੱਚਖੰਡ ਚਲ ਜਾਓ, ਜਿੱਥੇ ਆਗੰਮਪੁਰ ਆ ਨਾ, ਇੱਥੇ ਮਾਤਾ ਜੀ ਫਿਰ ਯੋਗ ਅਗਨੀ ਦੁਆਰਾ ਆਪਣੀ ਉਹਨੀ ਕਿਰਿਆ ਕੀਤੀ ਸਰੀਰ ਤਿਆਗਿਆ ਜਿਹੜੇ ਯੋਗੀ ਹੁੰਦੇ। ਅਤੇ ਅੱਗੇ ਰੋਜ਼ ਦਰਸ਼ਨ ਕਰਕੇ ਮਹਾਰਾਜ ਦੇ ਜਲ ਪਾਣੀ ਛਕਾ ਕੇ ਸੀਤ ਪ੍ਰਸ਼ਾਦ ਛਕਦੇ ਸੀ। ਅੱਜ ਆਏ ਨੇ ਮਹਾਰਾਜ ਕਹਿੰਦੇ ਤੁਹਾਡੇ ਮਾਤਾ ਜੀ ਨਹੀਂ ਆਏ, ਦੇਖੋ ਜ਼ਿਲ੍ਹੇ ਦੇਖਿਆ ਉੱਥੇ ਉਹ ਲੀਲਾ ਵਰਤਾ ਗਿਆ। ਫਿਰ ਮਹਾਰਾਜ ਨੇ ਕਿਹਾ ਉਹਨੂੰ ਅਗੰਮੀ ਲੀਲਾ ਕੀਤੀ ਹੈ, ਇਸ ਜਗ੍ਹਾ ਦਾ ਨਾਂ ਹੈ ਆਗੰਮਪੁਰ ਹੋਵੇਗਾ। ਅਤੇ ਜਦੋਂ ਇੱਥੇ ਦੀ ਯਾਤਰਾ ਕਰੋਗੇ ਨਾ ਫਿਰ ਆਨੰਦਪੁਰ ਦੀ ਯਾਤਰਾ ਸਫਲ ਹੋਏਗੀ। ਹੁਣ ਹੋਲਾ ਮਹੱਲਾ ਹੁੰਦਾ, ਰਮਤਾ ਸਿੰਘ ਸਾਹਿਬ ਇੱਥੋਂ ਕਰਦੇ ਆ ਅਤੇ ਸੰਪੂਰਨਤਾ ਦੇ ਲੋ ਉੱਥੇ ਹੁੰਦੀ। ਮਹਾਰਾਜ ਜਿਹੜੇ ਬਚਨ ਆ ਅੱਜ ਵੀ ਸੰਗਤਾਂ ਬੜੀ ਸ਼ਰਧਾ ਦੇ ਨਾਲ ਆ ਕੇ ਯਾਤਰਾ ਕਰਦੀਆਂ। ਇਸ ਵਾਸਤੇ ਕਹਿੰਦੇ ਆ ਔਰ ਬਾਕੀ ਦੁਨੀਆ ਦਾ ਭਰਮਾਂ 'ਚ ਭੁੱਲੀ ਫਿਰਦੀ ਹੈ, ਨਾਮ ਬਾਣੀ ਦਾ ਖੰਡਿਆ ਅੰਮ੍ਰਿਤ ਛਕ ਕੇ ਜਿਹੜਾ ਗੁਰੂ ਮਹਾਰਾਜ ਨੇ ਰਸਤਾ ਬਣਾਇਆ ਉਹ ਤਿਆਗ ਕੇ ਰੋਮਾਂ ਦੀ ਬੇਅਦਬੀ ਕਰ ਰਹੇ ਹੈ, ਨਸ਼ਿਆਂ ਪੱਤਿਆਂ ਵਿੱਚ ਲੱਗੇ ਹੈ, ਫੈਸ਼ਨਾਂ 'ਚ ਲੱਗੇ ਹੈ, ਜਨਮ ਭ੍ਰਿਸ਼ਟ ਕਰ ਰਹੇ ਹੈ। ਹੋਰ ਜਿੰਨੀ ਦੁਨੀਆ ਉਹ ਭਰਮਾਂ 'ਚ ਭੁੱਲੀ ਹੈ ਵੀ ਸ਼ਾਇਦ ਇਹਦੇ 'ਚ ਸੁੱਖ ਹੋਏਗਾ, ਹੈਗਾ ਦੁੱਖ ਹੈ। ਸੁੱਖ ਨਾ ਹੀ ਰੇ ਹਰ ਭਗਤ ਬਿਨਾ, ਜੀਤ ਜਨਮੇ ਰਤਨ ਮੂਲਕ ਸਾਧ ਸੰਗਤ ਜਪ ਇੱਕ ਖਿਨਾ। ਇਹਦੇ ਸੁੱਖ ਆ। ਉਹ ਜਿਹੜੇ ਗੁਰਮੁਖ ਆ, ਉਹ ਜਿਹੜਾ ਰਸਾਂ ਦਾ ਆਇਨ ਘਰ ਪਰਮੇਸ਼ਰ ਦਾ ਨਾਮ ਰਮਿਆ ਹੋਇਆ ਰਾਮ ਹੈ, ਉਸ ਦੇ ਆਨੰਦ ਵਿੱਚ ਸ਼ਬਦ ਸੁਰ ਦਾ ਅਭਿਆਸ ਕਰਕੇ ਮਾਤਾ ਮੈਨੇ ਮਸਤ ਰਹਿੰਦੇ। ਇਹ ਸਤਸੰਗੀਓ ਕਬੀਰ ਸਾਹਿਬ ਦੀ ਪਾਵਨ ਬਾਣੀ ਦਾ ਵਿਚਾਰ ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ। ਇਹਦੇ ਅਰਥ ਸੰਪਰਦਾਈ ਹੋਰ ਵੀ ਬੜੇ ਮਹਿੰਗੇ ਹੈਗੇ ਆ ਅਤੇ ਇੱਥੇ ਫਿਰ ਤੁਹਾਨੂੰ ਪਤਾ ਲੰਮਾ ਹੁੰਦਾ। ਰਾਗੀ ਸਿੰਘ ਵੀ ਸਾਰਾ ਜੋ ਹੈ ਉਹਦੇ ਅਨੁਸਾਰ ਜੋ ਨਿਯਮ ਚੱਲਣਾ ਪੈਂਦਾ ਹੈ। ਅਤੇ ਸਿੰਘ ਸਾਹਿਬ ਜੀ ਦੀਆਂ ਵੀ ਕਾਫੀ ਸੇਵਾਵਾਂ ਹੁੰਦੀਆਂ, ਜਿੱਥੇ ਜਿੱਥੇ ਪੰਥ ਵੱਲੋਂ ਸੇਵਾ ਲੱਗੀ ਹੁੰਦੀ ਹੈ, ਸੰਗਤ ਵੱਲੋਂ ਬੇਨਤੀ ਹੁੰਦੀ ਹੈ, ਉੱਥੇ ਜਾਣਾ ਹੁੰਦਾ ਹੈ। ਇਸ ਵਾਸਤੇ ਸਿੰਘ ਸਾਹਿਬ ਜੀ ਦਾ ਔਰ ਮੁੱਖ ਗ੍ਰੰਥੀ ਸਾਹਿਬ ਸਾਰੇ ਗ੍ਰੰਥੀ ਸਿੰਘਾਂ ਰਾਗੀ ਸਿੰਘਾਂ ਦਾ ਔਰ ਪ੍ਰਬੰਧਕ ਸੇਵਾਦਾਰਾਂ ਦਾ ਆਈਆਂ ਸੰਗਤਾਂ ਦਾ ਧੰਨਵਾਦ। ਗੁਰੂ ਮਹਾਰਾਜ ਕਿਰਪਾ ਕਰਨ, ਸਭ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਸਭ ਨੂੰ ਨਾਮਦਾਨ ਸਿੱਖੀ ਦਾਨ ਭਰੋਸਾ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰਨ। ਖਾਲਸਾ ਪੰਥ ਵਿੱਚ ਏਕਤਾ ਭਾਗ ਪਿਆਰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਹੀ ਗੁਰੂ ਘਰ ਨਾਲ ਜੁੜ ਕੇ ਮਹਾਰਾਜ ਦੀਆਂ ਅਸੀਸਾਂ ਪ੍ਰਾਪਤ ਕਰਦੇ ਰਹੀਏ। ਐਸੇ ਗਿਆਨ ਪ੍ਰਗਟਿਆ ਪੁਰਖੋਤਮ, ਕਹੋ ਕਬੀਰ ਰੰਗ ਰਾਤਾ। ਆਓ ਤੁਨੀ ਸਭ ਭਰਮ ਭੁਲਾਨੀ, ਮਨ ਰਾਮ ਰਸਾਇਨ ਮਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ਼੍ਰੀ ਵਾਹਿਗੁਰੂ ਜੀਓ। ਸ੍ਰੀ ਰਾਗ ਭਗਤ ਕਬੀਰ ਜੀਓ ਕਾ ਸੰਪਰਦਾਲੇ ਦੀ ਅਥਾਨਕ ਇਉਂ ਦੱਸਦੇ ਆ। ਕਬੀਰ ਸਾਹਿਬ ਜੀ ਦੇ ਪਾਸ ਆ ਕੇ ਇੱਕ ਬੜੇ ਵਿਦਵਾਨ ਨੇ ਪੰਡਿਤ ਨੇ ਪੁੱਛਿਆ ਕਿ ਮਾਇਆ ਦਾ ਸਰੂਪ ਕੀ ਹੈ, ਮਾਇਆ ਸਾਤਿਆ ਜਾਂ ਅਸਾਤਿਆ।
ਜਾਂ ਸੱਤ ਸੱਤ ਉਵੇ ਆ, ਉਵੇ ਮੈਨੇ ਦੋਨੋਂ ਹੀ ਆ। ਮਾਇਆ ਸਵੈਵ ਆ ਜਾਂ ਅਵੈਵ ਆ, ਜਾਂ ਸਵੈਵ ਅਵੈਵ ਉਵੇ ਆ। ਮਾਇਆ ਬ੍ਰਹਮ ਤੋਂ ਭਿੰਨ ਜਾਂ ਭਿੰਨ ਆ, ਜਾਂ ਭਿੰਨ ਭਿੰਨ ਉਵੇ ਆ। ਕਿਉਂਕਿ ਨੌ ਇਹ ਜੁਗਤੀਆਂ ਜਿਹੜੇ ਮਾਇਆ ਨਹੀਂ ਸਹਾਰਦੀ। ਇਹ ਪ੍ਰਸ਼ਨ ਸੁਣ ਕੇ ਕਬੀਰ ਸਾਹਿਬ ਨੇ ਪੰਡਿਤ ਜੀ ਨੂੰ ਦੱਸਿਆ, ਆਚਾਰਜ ਇੱਕ ਸੁਣੋ ਹਰੇ ਪੰਡਿਆ। ਕਹਿੰਦੇ ਇਹ ਪੰਡਿਤ ਜੀ, ਮਾਇਆ ਦਾ ਜਿਹੜਾ ਸਰੂਪ ਹੈ ਨਾ, ਮਨ ਨੂੰ ਇਕਾਗਰ ਕਰਕੇ ਧਿਆਨ ਦੇ ਕੇ ਸੁਣ ਲਵੋ ਕਿ ਮਾਇਆ ਕੈਸੀ ਹੈ। ਜੇਤੇ ਜੀ ਤੇਤੇ ਡਹਿਕਾਈ, ਜਿੰਨੇ ਜੀਵ ਹੈ ਸਾਰੇ ਭਰਮੇ ਹੋਏ। ਇਹਦਾ ਰੂਪ ਬੜਾ ਆਸ਼ਚਰਜ ਹੈ। ਆਸ਼ਚਰਜ ਗੱਲ ਉਹ ਹੁੰਦੀ ਹੈ ਜਿਹੜੀ ਨਾ ਹੋਣ ਵਾਲੀ ਗੱਲ ਨੂੰ ਕਰਕੇ ਦਿਖਾ ਦੇਵੇ। ਆਮ ਵਿਦਵਾਨ ਕਹਿੰਦੇ ਘਟਨ ਘਟਨ ਪਟੀ ਸੀ ਮਾਇਆ। ਇਸ ਤਰ੍ਹਾਂ ਜਿਸ ਤਰ੍ਹਾਂ पानी मैला माटी गोरी, इस माटी की पुत्री जोड़ी। पिता दी अंश है ये पानी मैला, ते माटी गोरी जिहड़ी माता दी अंश है। ये दोवां दे संयोग तो ये शरीर रूपी पुत्री जोड़ी बना देती है। या ऐसा भी दृष्टांत दिता है, रंचक रेत खेत तन निर्मल दुर्लभ दे स्वार करे। रंचक थोड़ा मात्र पिता की जो अंश है, माता के गर्भाशय ये शरीर निर्मित मैंने निमन की अवस्था प्राप्त होंगी है। फिर जन्मिया दुर्लभ के स्वार के तर देती है। जिमें हम आकाश में बिजली चमकती है और कभी पूर्व कभी दक्षिण कभी पश्चिम कभी उत्तर, तो ये बड़ा आश्चर्य है चमकना। इस करके जी माया वो कहता भी एक तरह की है कि नाना तरह की है। कहते माया तो कोई है, वो कौतक जड़े है वो नाना तरह के करके दिखा देती है। जिमें बाजीगर या नाटिया अपनी माया ना इंद्रजाल न दृष्टि बंद करके कई कुछ दिखाते, इस तरह माया अब कुछ कहना न जाए। कहते जिस तरह सत स्वरूप किसी ने कही नहीं, जे सत कही है, इस तरह हुण काल विच माया का स्वरूप सत सूत सत ते सतरूप करके भी नहीं कहा जाता। जे सतरूप कहीए जिहड़ा सत सच्चा पदार्थ है वो तिन्ना कालों च नाश ही नहीं होंदा। पर ब्रह्म ज्ञान होने तो बाद माया जिहड़ी है इहदे छाल जिहड़े खत्म हो जाते हैं। इस कारण माया सत स्वरूप नहीं। जे माया सत कहीए तो जिहड़े पदार्थ सत हुंदे आ वो तिन्ने समय प्रतीत नहीं होंदे। जिवें सहे दे संग आ सिंह आ ते जिहड़ी संड औरत है उहदा पुत्र है। ये माया बहुत रूपां कर तिन्ना समय प्रतीत भी हो रही है। पिया किन्ना को रचिया जे कहिए पिया सात्या ते सारा कुछ दिसी भी जाता। व्याप्त हर सो विस्तार व्याप्त स्वर्ग नरक अवतार व्याप्त माया व्याप्त बहुत प्रकार संत जी प्रभु तुम्हारी। जिमें जागृत अवस्था के पदार्थ जागृत के पदार्थों का स्वरूप प्रतीत हो रही है। जिहड़े सुपना का सुपन के पदार्थ वो स्वरूप हो के नजर आई जाती है। सुख जिले सुखोपती अवस्था गाड़ी नहीं सुता होंदा, बड़ा सुख है मैनू अज पता ही नहीं मैं कित्थे पिया रहा। वो अज्ञान की अवस्था उत्थे अज्ञान करके अज्ञानता प्रतीत हो रही है। इस करके माया असत रूप भी नहीं, सत असत दोनों धर्म भी नहीं। विरोधी धर्म जिहड़े एक समय एक चीज़ नहीं रह सकते। जिमें हनेरा
ਤੇ ਪ੍ਰਕਾਸ਼ ਦੋਨੋਂ ਇਕੱਠੇ ਨਹੀਂ ਨਾ ਰਹਿ ਸਕਦੇ। ਇਸ ਤਰ੍ਹਾਂ ਮਾਇਆ ਜਿਹੜੀ ਹੈ ਇਹ ਸਤ ਅਸਤ ਹੋਵੇ, ਦੋਨੋਂ ਰੂਪ ਵੀ ਨਹੀਂ। ਮਾਇਆ ਸਵੈਬ ਵੀ ਨਹੀਂ। ਸਵੈਬ ਉਹ ਪਦਾਰਥ ਹੁੰਦਾ ਜਿਹੜਾ ਕਿਸੇ ਕਾਰਨ ਨਾਲ ਪੈਦਾ ਹੁੰਦਾ। ਮਾਇਆ ਦਾ ਕਾਰਨ ਕੋਈ ਬਣ ਨਹੀਂ ਸਕਦਾ। ਜਿਹੜੇ ਵਿਦਾਂਤ ਵਾਲੇ ਉਹ ਮਾਇਆ ਨੂੰ ਅਨਾਦਿ ਮੰਨਦੇ ਆ। ਜਿਹੜਾ ਸ਼ੁੱਧ ਚੇਤਨ ਨੂੰ ਮਾਇਆ ਦਾ ਕਾਰਨ ਮੰਨੇ, ਸ਼ੁੱਧ ਚੇਤਨ ਨਿਰਵਿਕਾਰ ਹੈ। ਮਾਇਆ ਦੇ ਨਾਲ ਇਹ ਸਾਰੇ ਵਿਕਾਰ ਹੁੰਦੇ, ਇਹ ਤਾਂ ਵਿਕਾਰੀ ਹੋ ਜਾਏਗਾ। ਇਹ ਫਿਰ ਵੇਦ ਸ਼ਾਸਤਰ ਗ੍ਰੰਥ ਸਾਰੇ ਫਜ਼ੂਲੇ ਮੰਨੇ ਜਾਣਗੇ। ਈਸ਼ਵਰ ਦੋਨੋਂ ਮਾਇਆ ਦੇ ਕਾਰਜ ਹੈ, ਆ ਮਾਇਆ ਦੇ ਪੁਤਲੇ। ਇਸ ਕਰਕੇ ਆਪਣੀ ਮਾਇਆ ਨੂੰ ਮਾਇਆ ਦੇ ਕਾਰਨ ਨਹੀਂ ਬਣ ਸਕਦੇ। ਇਹ ਤਾਂ ਪੁੱਤਰ ਆਪਣੀ ਮਾਂ ਦਾ ਕਾਰਨ ਨਹੀਂ ਨਾ ਬਣਦਾ। ਇਸ ਤਰ੍ਹਾਂ ਜੜ ਪਦਾਰਥ ਜਿਹੜੇ ਪ੍ਰਪੰਚ ਹਾਂਜੀ ਉਹ ਕਾਰਨ ਨਹੀਂ ਬਣ ਸਕਦਾ, ਮਾਇਆ ਦਾ ਕਾਰਨ ਨਹੀਂ। ਇਹ ਕੋਈ ਵੀ ਸਿੱਧ ਨਾਮ ਕਰਕੇ ਮਾਇਆ ਜਿਹੜੀ ਹੈ ਸਵੈਬ ਨਹੀਂ, ਅੰਗਾਂ ਵਾਲੀ ਵੀ ਨਹੀਂ, ਨਿਰਵੈਬ ਅੰਗਾਂ ਤੋਂ ਬਿਨਾਂ ਵੀ ਨਹੀਂ, ਅੰਗਾਂ ਵਾਲੀ ਜਾਂ ਬਿਨਾਂ ਅੰਗਾਂ ਤੇ ਐਸਾ ਵੀ ਨਹੀਂ। ਜਿਹੜਾ ਨਿਰਵੈਬ ਪਦਾਰਥ ਹੁੰਦਾ ਉਹ ਕਿਸੇ ਸਵੈ ਪਦਾਰਥ ਦਾ ਕਾਰਨ ਨਹੀਂ ਬਣ ਸਕਦਾ। ਮਾਇਆ ਸਾਰੇ ਸਵੈ ਪ੍ਰਪੰਚ ਦਾ ਕਾਰਨ ਹੈ। ਇਸ ਕਰਕੇ ਨਿਰਵੈਬ ਵੀ ਨਹੀਂ। ਸਵੈਬ ਤੇ ਨਿਰਵੈਬ ਦੋਨੋਂ ਧਰਮ ਵਿਰੋਧੀ ਹੋਣ ਕਰਕੇ ਮਾਇਆ ਸਵੈਬ ਤੇ ਨਿਰਵੈਬ ਦੋਨਾਂ ਰੂਪਾਂ 'ਚ ਵੀ ਨਹੀਂ। ਬ੍ਰਹਮ ਤੋਂ ਭਿੰਨ ਜਾਂ ਭਿੰਨ ਜਾਂ ਭਿੰਨਾ ਭਿੰਨ ਉਭੇ ਰੂਪ ਨਹੀਂ। ਉਹ ਵੀ ਮਾਇਆ ਬ੍ਰਹਮ ਤੋਂ ਭਿੰਨ ਹੋਵੇ, ਬ੍ਰਹਮ ਤੋਂ ਜਿਹਦਾ ਕੋਈ ਆਸਰਾ ਸਿੱਧ ਹੋਣਾ ਚਾਹੀਦਾ। ਬ੍ਰਹਮ ਤੋਂ ਭਿੰਨ ਕੋਈ ਹੋਰ ਪਦਾਰਥ ਨਹੀਂ ਜਿਹੜਾ ਮਾਇਆ ਦਾ ਆਸਰਾ ਹੋਵੇ। ਮਾਇਆ ਬ੍ਰਹਮ ਤੋਂ ਭਿੰਨ ਨਹੀਂ, ਕਿਉਂਕਿ ਮਾਇਆ ਤਾਂ ਕੀ ਹੈ ਛਾਇਆ। ਬ੍ਰਹਮ ਤੋਂ ਜੇ ਭਿੰਨ ਕਹੀਏ, ਬ੍ਰਹਮ ਤੋਂ ਵੱਖਰਾ ਮਾਇਆ ਦਾ ਫਿਰ ਨਾਮ ਹੀ ਨਹੀਂ ਹੋਣਾ ਚਾਹੀਦਾ। ਮਾਇਆ ਨਾਮ ਜਿਹੜਾ ਬ੍ਰਹਮ ਤੋਂ ਵੱਖਰਾ, ਇਸ ਲਈ ਭਿੰਨ ਵੀ ਨਹੀਂ। ਭਿੰਨ ਹੋਵੇ ਰੂਪੀ ਵਿਰੋਧੀ। ਇਹ ਨੌ ਜੋਗਤੇ ਨੌ ਸਹਾਰ ਦੀ ਮਾਇਆ, ਇਹਨੂੰ ਅਨਰਵਚਨੀ ਕਿਹਾ। ਜਿਹੜੀ ਕਿਸੇ ਬਚਨ ਦੁਆਰਾ ਕਹਿ ਕੇ ਨਾ ਦੱਸੀ ਜਾਏ ਉਹਨੂੰ ਅਨਰਵਚਨੀ ਕਹਿੰਦੇ। ਸਤ ਤੋਂ ਵਿਲੱਛਣ ਕਹਿੰਦੇ ਅਸਤ ਹੈ, ਅਸਤ ਤੋਂ ਵਿਲੱਖਣ ਕਹਿੰਦੇ ਸਤ ਆ ਜਾਏਗਾ। ਜੇ ਸਤ ਹੈ ਅਸਤ ਵਿਲੱਛਣ ਹੋਰ ਤੀਸਰਾ ਪਦਾਰਥ ਨਹੀਂ। ਇਸ ਵਾਸਤੇ ਜਿਹੜੀ ਮਾਇਆ ਆ ਇਹਨੂੰ ਅਨਰਵਚੀ ਕਹਿਣਾ ਵੀ ਠੀਕ ਨਹੀਂ, ਕਿਉਂਕਿ ਅਨਰਵਚਨੀ ਕਿਸੇ ਦਾ ਪੇਸ਼ਾ ਨਹੀਂ। ਮੁਖ ਤੋਂ ਜਿਹੜਾ ਬੋਲਣਾ ਇਹ ਬਾਣੀ ਦਾ ਵਿਸ਼ਾ ਹੈ। ਉਹ ਤੇ ਫਿਰ ਵੱਧ ਤੋਂ ਵਿਆਹ ਘਾਤ ਦੋਸ਼ ਆਏਗਾ। ਇਹ ਜਿਵੇਂ ਛੇਟੀ ਠੰਡ ਦੇ ਬੈਠਾ ਆਪੇ ਵੱਢੀ ਜਾਏ, ਆਪੇ ਪਹਿਲਾਂ ਬਾਤੋਂ ਕਥਨ ਕਰ ਲੈਣਾ, ਆਪੇ ਕਈ ਗੱਲ ਦਾ ਫਿਰ ਘਾਤ ਨਾਸ ਕਰ ਲੈਣਾ। ਇਹਨੂੰ ਵੱਧ ਤੋਂ ਵਿਆਹ ਘਾਤ ਕਹਿੰਦੇ। ਸਾਤੋਂ ਵਿਲੱਛਣ ਭਿੰਨ ਸੱਤ ਹੁੰਦਾ। ਉਹ ਸੱਤ ਉਹਨੂੰ ਕਹਿੰਦੇ ਜਿਹਨਾਂ ਤਿੰਨਾਂ ਗੱਲ ਪ੍ਰਤੀਤ ਨਾ ਹੋਵੇ। ਅਸਤ ਐਸਾ ਸੱਤ ਨਾ ਹੋਵੇ, ਤਿੰਨਾਂ ਗੱਲ ਪ੍ਰਤੀਤ ਨਾ ਹੋਵੇ, ਕਿੰਤੂ ਸਰੂਪਵਾਨ ਹੋਵੇ। ਸਾਤੋਂ ਵਿਲੱਛਣ ਸੱਤ ਹੈ। ਸਾਤੋਂ ਨੂੰ ਕਹਿੰਦੇ ਜਿਹਨਾਂ ਤਿੰਨਾਂ ਗੱਲ ਨਾਸ ਨਾ ਹੋਵੇ। ਇਸ ਕਰਕੇ ਇਹ ਜਗ੍ਹਾ ਐਸਾ ਸੱਤ ਨਹੀਂ ਲੈਣਾ ਤਿੰਨਾਂ ਗੱਲ ਨਾਸ ਨਾ ਹੋਵੇ, ਪਰੰਤੂ ਜਿਹੜਾ ਨਾਸ ਹੋਣ ਯੋਗ ਹੈ। ਸਰੂਪਵਾਨ ਤੇ ਬਾਅਦ ਕਰਨੇ ਯੋਗ ਹੈ। ਸਰੂਪਵਾਨ ਤੇ ਬਾਅਦ ਜੋ ਵਸਤੂ ਦਾ ਨਾਮ ਅਨਰਵਚਨੀ ਹੈ। ਇਹਦਾ ਲਕਸ਼ਣ ਬਦਾਂਤੀਆਂ ਨੇ ਕੀਤਾ। ਬਾਅਦ ਜੋ ਅਤਵੇ ਸਤੀ ਸਰੂਪਵਾਨਾ ਤੁਮ ਅਨਰਵਚਨੀ ਤੁਮ। ਇਸ ਤਰ੍ਹਾਂ ਦੱਸਦੇ ਆਚਾਰਯ ਜੀ। ਇੱਕ ਸੁਣ ਰਹੇ ਪੰਡਿਤ ਆਪ ਕੇ ਕਹਿਣਾ ਨੇ, ਕਹਿੰਦੇ ਇਹ ਪੰਡਿਤ ਜੀ ਆਚਾਰਯ ਇੱਕ ਗੱਲ ਹੋਰ ਸੁਣ। ਆਚਾਰਯ ਜੀ ਇੱਕ ਸੁਣ ਰਹੇ ਭਾਈ ਗੁਰ ਅਸੀਂ ਬੂਝ ਹੋ ਜਾਏ। ਸਾਡੇ ਤੋਂ ਕਹਿੰਦੇ ਵਿਆਸ ਹੈ, ਵਿਸ਼ੇਸ਼ਟ ਹੈ, ਅਨੇਕਾਂ ਜਿਹੜੇ ਤਰ੍ਹਾਂ ਦੇ ਹੈ ਮਹਾਂਪੁਰਖ ਹੋਏ। ਅਨਰਵਚਿਤ ਬਿਨਾਂ ਹੋਰ ਮਾਇਆ ਦਾ ਸਰੂਪ ਕਥਨ ਨਹੀਂ ਕੀਤਾ ਜਾਂਦਾ। ਪੰਡਿਤ ਕਹਿਣ ਲੱਗੇ ਭਗਤ ਜੀ ਇਹ ਗੱਲ ਦੱਸੋ, ਮਾਇਆ ਦਾ ਪ੍ਰਤਾਪ ਦੱਸੋ, ਇਹ ਮਾਇਆ ਦਾ ਪ੍ਰਤਾਪ ਕਿਹੋ ਜਿਹਾ। ਕਹਿੰਦੇ ਸਵਰਨਰ ਗਣ ਗੰਧਰਵ ਜਨ ਮੋਹਿ ਤ੍ਰਿਭੁਵਨ ਵੇਖ ਲਿਆਏ। ਤ੍ਰਿਭੁਵਨ ਵੇਖ ਲਿਆ। ਇਹ ਮਾਇਆ ਸੀਜਨ ਗਣ ਹੁੰਦਾ ਸਾਰਿਆਂ ਦਾ, ਜਿੰਨੇ ਦੇਵਤੇ ਆ ਮਨੁੱਖ ਆ ਸਾਰੇ ਗੰਧਰਵ ਉਹਨਾਂ ਨੂੰ ਮੋਹਣਾ ਕੀਤਾ। ਮਾਇਆ ਸੀ ਮੋਹਣੀ ਪਾਈ, ਜੇਤੇ ਜੀ ਤੇਤੇ ਡਿੱਕ ਗਏ। ਇਹ ਸਾਰੇ ਹੀ ਪਸ਼ੂ ਪੰਛੀ ਵੀ ਲੈ ਲਓ, ਸਾਰਿਆਂ ਤੋਂ ਤੇਜ ਦਾ ਪ੍ਰਭਾਵ ਹੈਗਾ। ਕੀੜੇ ਮਕੌੜਿਆਂ 'ਤੇ ਵੀ ਹੈਗਾ। ਮਾਇਆ ਅੰਤਰ ਭੀਨੇ ਦੇਵ ਸਾਗਰ ਇੰਦਰਾ ਹਰ ਧਰਤੇ।
ਔਰ ਸੁਰ ਦੇਵਤੇ ਹੈ, ਨਰ ਮਨੁੱਖ ਹੈ, ਗਣ ਟਾਉਣਾ ਛਾਉਣਾ ਨੰਦੀ ਭ੍ਰਿੰਗੀ ਹੈ, ਗੰਧਰਵ ਦੇਵਤਿਆਂ ਦੇ ਰਾਗੀ ਹਾ ਹਾ ਹੋ। ਇਹਨਾਂ ਸਾਰਿਆਂ ਨੂੰ ਹੋਇਆ ਤਿਰ ਭਵਨ ਮੇਖਲੀ। ਤਿੰਨੇ ਭਵਨ ਜਿਹੜੇ ਆ, ਮਾਤ ਲੋਕ ਆ, ਪਤਾਲ ਤੇ ਸਵਰਗ ਲੋਕ ਆ। ਹਾਂਜੀ, ਇਹ ਤਿੰਨੇ ਲੋਕਾਂ ਦੇ ਵਿੱਚ ਇਹਦਾ ਪ੍ਰਭਾਵ ਹੈ। ਜਿਵੇਂ ਕੋਈ ਮੰਤਰੀ ਨਾ ਮੇਖ ਨੂੰ ਦੁਸ਼ਮਣ ਦੇ ਮਾਰਨ ਲਈ ਕੰਧ 'ਚ ਗੱਡ ਦਿੰਦਾ, ਜਾਂ ਆ ਕੇ ਕੋਈ ਕੁਕਰ ਠੋਕ ਦਿੰਦੇ ਆ ਅਤੇ ਆ ਕੇ ਦੰਦਾਂ ਦਾ ਕਰਦੇ ਆ ਦਰਦ ਦਾ, ਉਹ ਕਹਿੰਦੇ ਮੇਖ ਜੀ ਚਵਾ ਕੇ ਉੱਥੇ ਠੋਕ ਗਿਆ। ਇਸ ਤਰ੍ਹਾਂ ਮਾਇਆ ਨੇ ਤਿੰਨਾਂ ਭਵਨਾਂ 'ਚ ਇਹ ਜੇ ਕਾਮ ਗੁਰੂ ਨੂੰ ਮੋਹਕਾਰ ਮੇਖਾਂ ਲਾ ਕੇ ਸਾਰੇ ਜੀਵਨ ਨੂੰ ਆਪਣੇ ਬਸ ਕੀਤਾ। ਤਿੰਨਾਂ ਭਵਨਾਂ ਦੇ ਲੋਕ ਜਿਹੜੀ ਉਹਨਾਂ ਅੰਤਕ ਰੂਪੀ ਕਮਰ ਵਿੱਚ ਇਹ ਜਿਹੜੀ ਹੰਗਤਾ ਮਮਤਾ ਰੂਪੀ ਮੇਖਲੀ ਤੜਾਗੀ ਲਾਈ ਹੈ। ਤਿੰਨਾਂ ਭਵਨਾਂ ਦੇ ਜੀਵਾਂ ਦੇ ਮਨ ਰੂਪੀ ਪੈਰਾਂ 'ਚ ਮੋਹ ਰੂਪੀ ਮੇਖਲੀ ਉਹ ਲਾ ਦਿੱਤੀ, ਬੇੜੀ ਲਾਈ ਹੋਈ। ਮੇਖਲੀ ਨਾਮ ਸੰਪਰਦਾਇ ਗੋਦੜੀ ਦਾ ਵੀ ਕਰਦੇ ਆ। ਕਹਿੰਦੇ ਬਹੁਤੇ ਪੁਰਸ਼ ਜਿਹੜੇ ਨੇ ਉਹ ਗੋਦੜੀ ਪੁਰਸ਼ਾਂ ਤੋਂ ਰਾਤ ਨੂੰ ਪਾਉਂਦੇ ਆ। ਇਸ ਤਰ੍ਹਾਂ ਮਾਇਆ ਨੇ ਤਿੰਨਾਂ ਪੰਜੀਆਂ ਉੱਪਰ ਜਿਹੜਾ ਅਵਰਨ ਸ਼ਕਤੀ ਹੈ, ਜਿਹਦੇ ਨਾਲ ਇਹਦੀ ਬੁੱਧੀ ਨੂੰ ਢੱਕਿਆ ਜਾਂਦਾ, ਇਹ ਗੋਦੜੀ ਲਾਈ ਹੈ। ਜਿਸ ਤਰ੍ਹਾਂ ਵਣਜਾਰੇ ਵਪਾਰ ਕਰਨ ਲਈ ਜਾਂਦੇ ਆ, ਉਹ ਜਿੱਥੇ ਠਹਿਰਦੇ ਉੱਥੇ ਨੇ 2 ਕਿਲੇ ਠੋਕ ਕੇ ਇੱਕ ਲੱਜ ਬੰਨ੍ਹਦੇ ਆ। ਉਹ ਲੱਜ ਵਿੱਚ ਛੋਟੀਆਂ ਛੋਟੀਆਂ ਰੱਸੀਆਂ ਅੜਾ ਕੇ ਪਸ਼ੂਆਂ ਦੇ ਪੈਰ ਬੰਨ੍ਹ ਦਿੰਦੇ ਆ। ਇਸ ਤਰ੍ਹਾਂ ਮਾਇਆ ਨੇ ਤਿੰਨਾਂ ਪੁੰਜ ਮੇਖਲੀ ਲਾਈ ਹੈ। ਅਥਵਾ ਰਾਗ ਦੁਆਇਸ਼ ਰੂਪੀ 2 ਕਿੱਲੇ ਆ, ਆਸਾ ਰੂਪੀ ਲੱਜ, ਸੰਕਲਪਾਂ ਵਿਕਲਪਾਂ ਬਾਸ਼ਨ ਰੂਪੀ ਪੈਖੜ ਪੈ ਪੈਰਾ ਜੀਓ। ਇਹਨਾਂ ਨੇ ਜਿਹੜੇ ਜੀਵ ਰੂਪ ਇਹਨਾਂ ਜੀਵ ਰੂਪ ਬਲਦਾਂ ਦੇ ਮਨ ਰੂਪ ਪੈਰਾਂ ਨੂੰ ਇਹ ਬੇੜੀਆਂ ਲਾਈਆਂ। ਹਾਂਜੀ, ਕਿਉਂਕਿ ਮਾਇਆ ਕੀ ਜਿਹੜਾ ਜੋ ਅਨਹੋਤੀ ਬਸ ਹੋਤੀ ਗੱਲ ਦਿਖਲਾਏ, ਔਰ ਹੋਤੀ ਬਸ को ਤਾਂ ਕਾ ਲੋਕ ਕਰਾਏ, ਤਾਂ ਕਾ ਲੋਕ ਕਰਾਏ ਜਹੀ ਮਾਇਆ का रूप। सच को तूक झूठ दिखलाए, झूठ को साहिस रूप। लखना ने प्रतीत आपने पासे जो यही माया जान ना सच दिखाए जो। इस तरह कि इन्हें जोगी आ गए। वो कहते मारा माया तां बच सकेंगे जे आप जोगियां का भेख धारना। कबीर कहते असीं तां जोग अगे धारिया, होर की धारना। जोगी कहता साडे मत विच तां किंग नाद वजाउंदे, ਤੁਹਾਡੇ ਨਾਲ ਕਿੰਗ ਕਿਹੜੀ, ਨਾਦ ਕਿਹੜਾ, ਨਗਾਰਾ ਕਿਹੜਾ ਵੱਜਦਾ। ਕਬੀਰ ਕਹਿੰਦੇ ਹਨ, ਭਗਤ ਜੀ ਮਹਾਰਾਜ ਦੱਸਦੇ ਹਨ, ਰਾਜਾ ਰਾਮ ਆਨੰਦ ਕਿੰਗਰੀ ਵਾਜੇ। ਰਾਜਾ ਰਾਮ ਜਿਹੜਾ ਰਾਜਾ ਪ੍ਰਕਾਸ਼ ਰੂਪ ਰਾਮ ਰਮਣੀ, ਜਿਹੜਾ ਉਹਨੂੰ ਸੁਣਦਾ ਆਚਾਰਨ ਕਰਨਾ ਅਨਹਦ ਇੱਕ ਰਸ ਜਿਹਦੀ ਹੱਦ ਸੀਮਾ ਨਹੀਂ। ਇਹ ਸਾਡੇ ਮਤ ਵਿੱਚ ਇਹ ਨਾਮ ਰੂਪੀ ਸ਼ਬਦ ਰੂਪੀ ਕਿੰਗਰੀ ਵੱਜ ਰਹੀ ਹੈ। ਜਾ ਕੀ ਦ੍ਰਿਸ਼ ਨਾਦ ਲਿਵ ਲਾਗੇ ਰਹੋ। 10 ਨੂੰ ਨਾਦ ਜਿਹੜਾ ਸ਼ਬਦਾਂ ਦੇ ਵਿੱਚ ਜਾ ਕੇ ਜਿਹੜੀ ਲਿਵ ਬਿਰਤੀ ਲੱਗੇ ਸ਼ਬਦ ਸੁਰ ਦਾ ਅਭਿਆਸ ਕੀਤਾ, ਇਹ ਸਾਡੇ ਮਤ ਨਾਦ ਹੈ। ਯੋਗੀ ਕਹਿੰਦਾ ਐਸੀ ਨਾਦ ਕਿਹਨੂੰ ਪ੍ਰਾਪਤ ਹੁੰਦੀ? ਕਹਿੰਦੇ ਜਾਂ ਜਿਨ੍ਹਾਂ ਤੇ ਨਿਰੰਕਾਰ ਨੇ ਕਿਰਪਾ ਕੀਤੀ, ਕਿਰਪਾ ਦ੍ਰਿਸ਼ਟੀ, ਉਹਨਾਂ ਨੂੰ ਇਸ ਮਾਲਕ ਦੀ ਕਿਰਪਾ ਦ੍ਰਿਸ਼ਟੀ ਨਾਲ ਇਹ ਨਾਦ ਦੀ ਪ੍ਰਾਪਤੀ ਹੋ ਜਾਂਦੀ ਹੈ। ਵਿਸ਼ਰਾਮ ਦੇ ਕਹਿੰਦੇ ਯੋਗੀ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਮੱਤ ਸ਼ਰਾਬ ਕੱਢ ਕੇ ਪੀਂਦੇ ਆ ਅਤੇ ਸਮਾਧੀ ਲਾਉਂਦੇ ਆ, ਤੁਸੀਂ ਕਿਸ ਤਰ੍ਹਾਂ ਦੀ ਸ਼ਰਾਬ ਕੱਢ ਕੇ ਪੀਂਦੇ ਆ? ਭਗਤ ਜੀ ਕਹਿੰਦੇ ਪਾਠੀ ਗਗਨ ਸਿੰਘਿਆਰ ਚੁੰਗਿਆ ਕੰਨ ਕਲ ਸਿਰ ਪਾਇਆ। 10 ਫੰਦਵਾਰ ਰੂਪੀ ਇੱਕ ਪੱਠੀ ਹੈ। ਸਿੰਘਿਆਂ ਸੱਜੀ ਸੁਰਿਆ ਚੁੰਗਿਆ ਖੱਬੀ ਸੁਰ, ਆਵੇੜਾ ਪਿੰਗਲਾ 2 ਨਾਲੀਆਂ, ਜਿਹੜਾ ਸ਼ੋਧਾ ਅੰਤਿਸ਼ਕਨ ਰੂਪੀ ਕਣਕ, ਇਹ ਸੋਨੇ ਦਾ ਕਲ ਸਿੱਖ ਘੜਾ ਪਾਇਆ ਹੋਇਆ। ਕਿਉਂ? ਸ਼ੋਧਾ ਅੰਤਿਸ਼ਕਨ ਕਰਨ ਤੋਂ ਬਿਨਾਂ ਯੋਗ ਦਾ ਆਨੰਦ ਜਿਹੜਾ ਨਾ ਪ੍ਰਾਪਤ ਨਹੀਂ ਹੁੰਦਾ। ਜਿਵੇਂ ਸੋਨੇ ਦੇ ਭਾਂਡੇ ਤੋਂ ਬਿਨਾਂ ਸ਼ੇਰਨੀ ਦਾ ਦੁੱਧ ਠਹਿਰਦਾ ਨਹੀਂ ਨਾ। ਦੁੱਧ ਸ਼ੇਰਨੀ ਕੋ ਜੋ ਨਕਾਰੇ, ਕੰਚਨ ਕੋ ਬਾਸਨ ਤੇ ਸਤਾਰੇ, ਅਪਰ ਪਾਤਰ ਜੋ ਕਰਨੇ ਜੋਰ, ਰਿਓ ਦੇ ਦਾ ਤਤਸ਼ਨ ਫੋਰ, ਤੇ ਮੈਂ ਅਤ ਸ਼ੁੱਧ ਰਿਦਾ ਹੋ ਜਾਹੀ, ਉਚਿਤ ਐ ਸੋ ਬਹੁਤੇ ਨਾ। ਯੋਗ ਜਗ੍ਹਾ ਇਹ ਜਿਹੜਾ ਅੰਮ੍ਰਿਤ ਠਹਿਰਦਾ ਅਤੇ ਇਸ ਵਿੱਚ ਧਾਰ
ਚੋਇਆ ਤੇ ਨਿਰਮਲ ਰਸ ਨੇ ਰਸਮ ਚੋਇਆ। ਕਹਿੰਦੇ ਅੰਤਿਸ਼ਕਰਨ ਜਿਹੜਾ ਸਵਰਨ ਸੋਨੇ ਵਾਂਗ ਸ਼ੁੱਧ ਭਾਂਡਾ ਅੰਤਿਸ਼ਕਰਨ ਅਤਿਅੰਤ ਬਹੁਤ ਨਿਰਮਲ ਤੇ ਸ਼ੁੱਧ ਜੋਗਾਨੰਦ ਰੂਪੀ ਸ਼ਰਾਬ ਦੀ ਧਾਰਾ ਕਹਿੰਦੇ ਉਹਦੇ ਚੋਂ ਚੋ ਰਹੀ ਹੈ। ਸਾਰੇ ਰਸਾਂ ਵਿੱਚੋਂ ਇੱਕ ਜੋਗਾਨੰਦ ਰੂਪੀ ਰਸ ਉੱਤਮ ਰਸ ਆਇਆ। ਰਸਮੇ ਰਸਨ ਚੁਆਇਆ। ਕਹਿੰਦੇ ਸਾਰੇ ਰਸਾਂ 'ਚੋਂ ਇਹ ਜੋਗਾਨੰਦ ਰੂਪੀ ਜਿਹੜਾ ਰਸ ਨੇ ਉੱਤਮ ਚੁਆਇਆ, ਮੈਨੂੰ ਚੋ ਆਇਆ। ਇਹ ਕੁਝ ਬਾਤ ਅਨੂਪ ਬਣੀ ਆਪਾਂ ਨੂੰ ਪਹਿਲਾ ਸਾਂਝਾ। ਕਹਿੰਦੇ ਹੋਰ ਅਨੂਪ ਮੈਨੂੰ ਜਿਹਦੀ ਉਪਮਾਨਾ ਕੀਤੀ ਜਾਏ ਬੜੀ ਸੁੰਦਰ ਗੱਲ ਬਣੀ, ਜਿਹੜੀ 10ਵਾਂ ਪਵਨ ਪੁਰਾਣਾ ਦਾ ਚਾੜਨ ਇਹ ਜੋਗਾਨੰਦ ਦੇ ਪੀਣੇ ਨੂੰ ਪਿਆਲਾ ਸਾਜਿਆ ਮੈਨੇ ਬਣਾ ਕੀਤਾ। ਬੇਨਤੀ ਕਿ ਸ਼ਰਾਬ ਪੀਣ ਵਾਲੇ ਬਹੁਤ ਸਾਰੇ ਜੋਗੀ ਹੋਣਗੇ। ਬਾਬਾ ਜੀ ਕਹਿੰਦੇ ਆਰਾਮ ਬੋਲੋ, ਇਹ ਜੋਗੀ ਕਿੱਥੇ ਲਾਈਦੇ। ਅਸਲੀ ਜੋਗੀ ਤਾਂ ਪਰਮੇਸ਼ਰ ਹੈ, ਜਾਂ ਕੋਈ ਉਹਨਾਂ ਜੁੜਿਆ ਜਿਹੜਾ ਉਹ ਜੋਗੀ ਹੈ। ਤੀਨ ਭਵਨ ਮੇਂ ਇੱਕੋ ਜੋਗੀ ਕਹੋ ਕਵਨ ਹੈ ਰਾਜਾ। ਐਸੀ ਇਹ ਨਾਮ ਦੀ ਖੋਂਦ ਖੁਆਰੀ ਦੇਣ ਵਾਲੀ ਸ਼ਰਾਬ ਪੀਣ ਵਾਲਾ ਤਿੰਨਾਂ ਭਵਨਾਂ ਕੋਈ ਇੱਕ ਅੱਧਾ ਦੁਰਲਭ ਜੋਗੀ ਹੈ। ਯੋਗਾਂ ਨੂੰ ਪਾ ਕੇ ਕੌਣ ਰਾਜਾ ਮੈਨੇ ਰਜਿਆ। ਕਹਿੰਦੇ ਕੋਈ ਵੀ ਤ੍ਰਿਪਤ ਨਹੀਂ ਹੋਇਆ। ਜੋਗੀ ਬੇਨਤੀ ਆ ਭਾਈ ਸਾਡੇ ਮੱਤ ਵਿੱਚ ਵਧੀਆ ਕਿੰਗ ਜੀ ਅਸੀਂ ਵਜਾਉਣੇ ਹੈ, ਅਤੇ ਕਹਿੰਦੇ ਉਹ ਕਿਸੇ ਪੁਰਬ ਵਾਲੇ ਦਿਨ ਅਸੀਂ ਵਜਾਉਣੇ। ਤੁਹਾਡੇ ਮੱਤ ਵਿੱਚ ਕਿੰਗ ਕਿਹੜੀ? ਭਗਤ ਜੀ ਕਹਿੰਦੇ ਰਾਜਾ ਰਾਮ ਆਨੰਦ ਕਿੰਗਰੀ ਵਾਜਾ। ਰਾਜਾ ਜਿਹੜਾ ਪ੍ਰਕਾਸ਼ ਰੂਪੀ ਰਾਮ ਰਮਿਆ ਪਰਮੇਸ਼ਰ ਹੈ। ਹਾਂਜੀ, ਕਹਿੰਦੇ ਅਨਾਹਦ ਇੱਕ ਰਸ ਜਿਹੜੀ ਚੇਤਨ ਸੱਤਾ ਸਾਰਿਆਂ ਵਿੱਚ ਆਤਮਾ ਦੀ ਸੱਤਾ ਆਈ ਹੈ, ਇਹ ਨਿਸ਼ਚੈ ਕੀਤੀ ਹੈ। ਇਹ ਸਾਡੇ ਮਤ ਵਿੱਚ ਕਿੰਗਰੀ ਵੱਜਦੀ ਹੈ, ਕਿੰਗ ਵੱਜਦੀ ਹੈ। ਜਾ ਕਿ ਦਿਸ਼ਟ ਨਾਦ ਲਾਗੇ ਰਹੋ। ਜੇ ਤੇ ਸਤਿਗੁਰੂ ਮਹਾਰਾਜ ਸੱਚੇ ਨੇ ਮਿਹਰ ਕਰਤੀ, ਕਹਿੰਦੇ ਉਹਦੀ ਨਾਦ ਮੈਨੇ ਬ੍ਰਹਮ ਦੇ ਵਿੱਚ ਲਿਵ ਲੱਗੀ। ਜੋਗੀ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਜਿਹੜੀ ਇਹ ਦਿਵ ਗਿਆਨਮਈ ਦ੍ਰਿਸ਼ਟੀ ਹੈ ਇਹ ਕਿਹੜੇ ਪੁਰਸ਼ ਨੂੰ ਪ੍ਰਾਪਤ ਹੁੰਦੀ ਹੈ, ਆਪ ਇਹ ਵੀ ਕਿਰਪਾ ਕਰਕੇ ਦੱਸ ਦਿਓ। ਜਾ ਕਿ ਦੇਸ਼ ਨਾਦ ਲਿਵ ਲੱਗੇ। ਜਾ ਕਹਿੰਦੇ ਜਿਨ੍ਹਾਂ ਪੁਰਸ਼ਾਂ ਦੀ ਦੇਵ ਜੋ ਪ੍ਰਕਾਸ਼ ਸਤਿਗੁਰੂ ਉਹਨਾਂ ਦੇ ਨਾਦ ਉਪਦੇਸ਼ ਲੈ ਬਿਰਤੀ ਲੱਗੀ, ਉਹਨਾਂ ਨੂੰ ਐਸੀ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ। ਰਾਮ ਜੋਗੀ ਕਹਿੰਦਾ ਮਹਾਰਾਜ ਸਾਡੇ ਮਤ ਚੰਗੀ ਸ਼ਰਾਬ ਕਦੀ ਨਿਕਾਲਦੇ, ਤੁਹਾਡੇ ਮਤ ਵਿੱਚ ਕਿਹੜੇ ਤਰੀਕੇ ਨਾਲ ਕੱਢਦੇ। ਭਗਤ ਜੀ ਕਹਿੰਦੇ ਪਾਠੀ ਗੰਗ ਸਿੰਘਿਆਰ ਚੋਂਗਿਆ ਕੰਨ ਕਲ ਸਿਖ ਪਾਇਆ। ਗਗਨ ਮੈਨੇ ਹੁੰਦਾ ਚੇਤਨ ਦੇ ਪਰਮੇਸ਼ਰ ਨਿਰੰਕਾਰ ਰੂਪੀ ਜਿਹੜੀ ਭੱਠੀ ਹੈ, ਜਿਹੜੇ ਅਸੂਰੀ ਸਮਤਾ ਵਾਲੇ ਹਾਂਜੀ ਗੁਣਾਂ ਨਾਲ ਸਿੰਘਿਆਂ ਮੈਨੇ ਸੰਗਣ ਅਰਥਾਤ ਲੱਜਾ ਧਾਰੀ ਜਿਹੜੇ ਕਾਮ ਗੁਰੂ ਲੋ ਮੁਖਕਾਰ ਇਹਨਾਂ ਲੋ ਲੱਜਿਆ ਧਾਰੀ ਇਹਨਾਂ ਨੂੰ ਤਿਆਗਿਆ ਆ। ਦੇਵੀ ਸਮਤਾ ਸਤ ਸੰਤੋਖ ਦਇਆ ਧਰਮ ਧੀਰਜ ਵਿਵੇਕ ਇਹਨੂੰ ਚੁੰਗਿਆ ਮੈਨੇ ਚੁਣਨਾ ਕੀਤਾ, ਗ੍ਰਹਿਣ ਕੀਤਾ। ਇਹ ਦੋ ਨਾਲੀਆਂ ਸ਼ੁੱਧ ਵਿਚਾਰ ਰੂਪੀ ਸੋਨ ਦਾ ਕਲਸ ਘੜਾ ਪਾਇਆ, ਇਹ ਅਸੀਂ ਪ੍ਰਾਪਤ ਕੀਤਾ ਹੈ। ਕਨਕ ਕਲਸ ਪਾ ਕਨਕ ਮੈਨੇ ਸੋਨੇ ਦਾ ਕਲਸ ਮੈਨੇ ਘੜਾ ਪਾਇਆ ਹੈ। ਅਤੇ ਇਸ ਮੈਂ ਧਾਰ ਚੁਅਦ ਨਿਰਮਲ ਰਸਮੈ ਰਸਮ ਚੁਆ। ਕਹਿੰਦੇ ਇਹ ਸ਼ੁੱਧ ਵਿਚਾਰ ਰੂਪੀ ਸੋਨੇ ਦੇ ਘੜੇ ਵਿੱਚ ਬਹੁਤ ਕਰਕੇ ਨਿਰਮਲ ਸ਼ੁੱਧ ਇਹ ਬ੍ਰਹਮਾਨੰਦ ਰੂਪੀ ਜਿਹੜੀ ਧਾਰਾ ਚੋ ਰਹੀ ਹੈ। ਰਸਾਂ 'ਚੋਂ ਇਹ ਰਸ ਜਿਹੜਾ ਇਹ ਚੋ ਆਇਆ, ਇਹ ਅੰਮ੍ਰਿਤ ਰਸ ਚੋ ਆਇਆ। ਕਿਉਂਕਿ ਇਹ ਰਸ ਸਾਡਾ ਉਹ ਰਸ ਆਵਾ, ਉਹ ਰਸ ਪੀਆ ਰਸ ਨਹੀਂ ਪਾਵਾ। ਰਸਨਾ ਜੋ ਉੱਤਮ ਰਸ ਚੋ ਆਇਆ, ਕਿਉਂਕਿ ਪਹਿਲਾਂ ਰਸਨਾ ਨਾਲ ਹੀ ਜਾਪ ਕੀਤਾ ਜਾਂਦਾ ਨਾ, ਇਹ ਹੌਲੀ ਹੌਲੀ ਅਵਸਥਾ ਬਦਲਦੀ ਜਾਂਦੀ। ਹਾਂਜੀ, ਰਸਨਾ ਨਾਲ ਫਿਰ ਕੰਠ 'ਚ ਹੈ, ਫਿਰ ਹਿਰਦੇ 'ਚ ਹੈ, ਫਿਰ ਨਾਭੀ 'ਚ ਹੈ। ਬੈਖਰੀ ਬਾਣੀ ਰਸਨਾ 'ਤੇ ਹੈ। ਮੱਧਵਾਂ ਜਿਹੜੀ ਕੰਠ 'ਚ ਹੈ, ਸ਼ਾਂਤੀ ਹਿਰਦੇ 'ਚ ਹੈ, ਪਰਾ ਜਿਹੜੀ ਉਹ ਨਾਭੀ 'ਚ ਹੈ, ਫਿਰ ਗੁਰਮੁਖ ਰੋਮ ਦੀ ਅਵਸਥਾ। ਇਸ ਕਰਕੇ ਕਹਿੰਦੇ ਫਿਰ ਬ੍ਰਹਮਾਨੰਦ ਦੀ ਪ੍ਰਾਪਤੀ ਹੁੰਦੀ ਹੈ। ਇਹ ਕੁਝ ਬਾਤ ਅਨੂਪ ਬਣੀ ਹੈ ਆਪਾਂ ਨੂੰ ਪਹਿਲਾਂ ਸਾਂਝੀ। ਇਹ ਕਹਿੰਦੇ ਹੋਰ ਬੜੀ ਅਨੂਪਮ ਐਸੀ ਕਥਾ ਵਾਰਤਾ ਬਣੀ ਹੈ, ਕਿਹੜੀ ਭਗਤੀ ਰੂਪੀ ਸਰਾਹੀ ਕੀਤੀ ਅਨੂਪ ਬਣੀ। ਇਹ ਬੜੀ ਸੁੰਦਰ ਬਣੀ ਮੈਨੇ ਬਗੀਚੀ ਹੈ। ਧਰਮ ਦਇਆ ਕਰ ਪਾਲੀ, ਧਰਮ 'ਤੇ ਦਇਆ ਕਰ ਬਾਰੀ, ਧਰਮ 'ਤੇ ਦਇਆ ਦੀ ਇਹ ਬਾੜੀ ਹੈ। ਬਾਤ ਜਿਹੜਾ ਪਾਉਣ ਦੇ ਭਖਣ ਵਾਲੇ ਜੋਗੀ ਜਨ ਹਾਂਜੀ ਮਦ ਸ਼ਰਾਬ ਨੂੰ ਬਗੀਚੇ ਦੀ ਸੈਰ ਕਰਦੇ, ਕਹਿੰਦੇ ਫੇਸ ਧਰਮ ਨਾਮ ਰੂਪੀ ਪਾਉਣ ਨੂੰ ਭਖਣਾ ਕਰਦੇ।
ਇਹ ਗੱਲ ਬੜੀ ਅਚਰਜ ਬਣੀ। ਕਿਹੜੀ? ਪਵਨ ਸਵਾਦ ਭਜਨ ਸਿਮਰਨ ਕਰਨੇ ਰੂਪੇ ਪਿਆਲਾ ਸਾਜਣਾ ਕੀਤਾ। ਪਵਨ ਨੂੰ ਮਨ ਜਿਹੜਾ ਨਿਰਲੇਪ ਰੱਖਣਾ, ਇਹ ਪਿਆਲਾ ਬਣਾਇਆ ਹੈ। ਬੇਨਤੀ ਕੀਤੀ ਬ੍ਰਹਮਣ ਲੈਣ ਨਾਲ ਬਹੁਤ ਪੁਰ ਜੁੜੇ ਹੋਣਗੇ, ਜੋਗੀ ਮੈਨੂੰ ਜੁੜੇ ਹੋਣਗੇ। ਕਹਿੰਦੇ ਨਹੀਂ ਨਹੀਂ, ਤੀਨ ਪਵਨ ਕੋ ਜੋਗੀ ਕਹੋ ਕਮਨਾ ਰਾਜਾ। ਤਿੰਨਾਂ ਪਵਨਾਂ 'ਚ ਹਾਂਜੀ ਇੱਕ ਗੁਰੂ ਪੂਰਾ ਅਤੇ ਅੱਧਾ ਜਿਹੜਾ ਜੁੜਿਆ ਸੋ ਕੋਈ ਬਿਰਲਾ ਪਰਮੇਸ਼ਰ ਨਾਲ ਜੁੜਿਆ। ਬੇਨਤੀ ਦੀ ਭਗਤ ਜੀ ਜਿਹੜਾ ਪਰਮੇਸ਼ਰ ਨਾਲ ਜੁੜਿਆ ਉਹਦੀ ਦ੍ਰਿਸ਼ਟੀ ਕੈਸੀ ਹੁੰਦੀ, ਉਹਦੀ ਦੇਸ਼ ਰਾਜਾ ਕੌਣ ਕੰਗਾਲ ਕੌਣ ਹੈ। ਆਪ ਨਾ ਕੋਈ ਰਾਜਾ ਨਾ ਕੋਈ ਕੰਗਾਲ ਆ। ਉੱਥੇ ਤਾਂ ਹਾਂਜੀ ਮਨ ਮੇਰੇ ਜਿਨ ਆਪਣਾ ਪਰਮ ਗਵਾਤਾ ਤਿਨ ਕਹਿ ਤਿਸ ਕਹਿ ਪਾਉਣੇ ਕੋਈ ਨਾ ਭੋਲਾ ਜਿਨ ਸਗਲੋ ਬ੍ਰਹਮ ਪਛਾਤਾ। ਉਹ ਤਾਂ ਸਾਰਿਆਂ 'ਚ ਕੋਈ ਪਰਮੇਸ਼ਰ ਦੀ ਜੋਤ ਦੀਦੇ ਹੈ, ਕੋਈ ਫਰਕ ਵਾਲੀ ਗੱਲ ਹੀ ਨਹੀਂ ਰਹਿ ਜਾਂਦੀ। ਬ੍ਰਹਮਣਾਂ ਦੇ ਲੈਣ 'ਚ ਜਿਹੜਾ ਜੁੜਿਆ ਕਹਿੰਦੇ ਫਿਰ ਦੱਸੋ ਕਿ ਕੌਣ ਰਾਜਾ ਪ੍ਰਕਾਸ਼ਮਾਨ ਤਤਵਿਦ ਮਹਾਤਮਾ ਜਿਹੜੇ ਸੰਸਾਰ 'ਚ ਉਹਨਾਂ ਦੇ ਬਰਾਬਰ ਕੋਈ ਵੀ ਨਹੀਂ ਹੈ। ਐਸੇ ਗਿਆਨ ਪ੍ਰਗਟਾ ਪ੍ਰਕੋਤਮ ਪਾਉ ਕੀ ਰੰਗਰਾਤ। ਐਸੇ ਉਹਨੇ ਇਸ ਤਰ੍ਹਾਂ ਸਾਧਨ ਕਰਦੇ ਹਨ ਪ੍ਰਕੋਤਮ ਪੁਰਖਾਂ 'ਚ ਉੱਤਮ ਜਿਹੜਾ ਪਰਮਾਤਮਾ, ਉਹਦਾ ਗਿਆਨ ਉਹਨਾਂ ਜਗਿਆਸੂ ਜਿਹੜੇ 8 ਸਾਧਨਾਂ ਸੰਯੋਗ ਤੇ ਪ੍ਰਗਟ ਹੋਇਆ। ਕਿਉਂਕਿ ਸਰਵਣ ਮੰਨਣ ਦੇ ਸੰਤਾ ਤੋਂ ਦਾ ਸੋਧਨ ਬੈਰਾਗ ਬਵੇ ਖੜ ਸੰਗ ਮੋਕਸ਼ ਇੱਛਾ। ਜਿੱਥੇ 8 ਸਾਧਨ ਹੈ, ਕਬੀਰ ਸਾਹਿਬ ਕਹਿੰਦੇ ਸਾਡਾ ਮਨ ਉਸ ਦੇ ਰੰਗ ਆਨੰਦ ਵਿੱਚ ਰਾਤਾ ਅਦਾ ਕਰ ਲਿਵਲੀਨ ਹੋ ਗਿਆ ਹੈ। ਔਰ ਦੁਨੀ ਸਭ ਪਰਮ ਫਲਾਨੀ ਮਨ ਰਾਮ ਸਾਂਝ ਮਾਤਾ। ਭਗਤ ਜੀ ਕਹਿੰਦੇ ਹੋਰ ਤਾਂ ਪੰਡਤ ਜੀ ਜੋਗੀ ਜੀ ਸਾਰੀ ਦੁਨੀਆ ਇਹ ਜਿਹੜੀ ਤੁਛ ਮਦ ਸ਼ਰਾਬ ਇਹਦੇ ਪੀਣ ਵਿੱਚ ਜਾਂ ਬਕਾਰਾਂ 'ਚ ਲੱਗ ਕੇ ਪਰਮਾ ਹੀ ਦੁਨੀ ਭੁੱਲੀ ਫਿਰਦੀ ਹੈ। ਨਸ਼ਿਆਂ 'ਚ ਪੈ ਕੇ ਮਾਇਆ ਵੀ ਬਰਬਾਦ ਕਰਦੇ, ਦੇਹ ਵੀ ਗਾਲਦੇ, ਰੋਗ ਲੱਗ ਜਾਂਦੇ, ਬਿਰਤੀ ਵੀ ਚੰਚਲ ਹੋ ਕੇ ਬਕਾਰੀ ਬਣ ਜਾਂਦੀ। ਹੋਰ ਸਾਰੀ ਦੁਨੀਆ ਇਹਨੂੰ ਪਰਮਾ 'ਚ ਭੁੱਲੀ ਫਿਰਦੀ ਹੈ ਨਸ਼ਿਆਂ ਬਕਾਰਾਂ 'ਚ। ਉਹ ਗੁਰੂ ਬਿਰਲੇ ਜਿਹੜੇ ਇਹਨਾਂ ਤੋਂ ਬਚੇ ਆ, ਜਿਨ੍ਹਾਂ ਨੂੰ ਨਾਮ ਦਾ ਨਸ਼ਾ ਚੜ੍ਹਿਆ। ਮਨ ਰਾਮ ਰਸਾਇਣ ਮਾਤਾ, ਆਰਾਮ ਜਿਹੜਾ ਰਸਾਂ ਦਾ ਆਇਨ ਮੈਨੇ ਖਾਰਿਆ, ਉਹਦੇ ਸਾਡਾ ਮਨ ਜਿਹੜਾ ਮਾਤਾ ਮਸਤ ਹੋਇਆ। ਇਸ ਕਰਕੇ ਸਾਨੂੰ ਇਹਨਾਂ ਸ਼ਰਾਬਾਂ ਸ਼ਰੂਬਾਂ ਦੀ ਲੋੜ ਨਹੀਂ ਅਤੇ ਸਾਡਾ ਮਨ ਤਾਂ ਪਰਮੇਸ਼ਰ ਦੇ ਆਨੰਦ ਦੇ ਵਿੱਚ ਲਿਵਲੀਨ ਹੋਇਆ ਹੈ। ਅਤੇ ਇਹ ਜਿਹੜੇ ਉਹਨਾਂ ਦੇ ਸ਼ੰਕੇ ਸੀ ਪੰਡਤ ਦੇ ਜੋਗੀ ਦੇ, ਉਹ ਭਗਤ ਜੀ ਨੇ ਬੜੇ ਸੁੰਦਰ ਢੰਗ ਦੇ ਨਾਲ ਨਿਵਰਤ ਕਰ ਦਿੱਤੇ ਆ। ਪ੍ਰਾਣਾਯਾਮ ਦੀ ਕਿਰਿਆ ਜਿਹੜੀ ਉਹ ਵੀ ਸਵਾਸਾਂ ਨੂੰ ਚੜ੍ਹਾਉਣਾ, ਉਤਾਰਨਾ ਅਤੇ ਠਹਿਰਾਉਣਾ, ਫਿਰ ਸ਼ਬਦ ਦੇ ਅਭਿਆਸ ਨਾਲ ਅਤੇ 10ਵੇਂ ਦੁਆਰ ਦੇ ਰਸਤੇ ਜਿਹੜੀ ਸੁਖਮਨਾ ਨਾੜੀ ਪਚੰਗਮਾ ਨਾੜੀ ਹੈ, ਪਚੰਗਨਮ ਸੱਪ ਦਾ ਸਭ ਨੂੰ ਕੁੰਡਲਾਕਾਰ ਇਹਨੂੰ ਖੋਲ੍ਹ ਲੈਂਦੇ ਆ। ਇਹ ਕੁੰਡਲੀ ਦਾ ਜਗਾਉਣਾ ਇਹਨੂੰ ਕਹਿੰਦੇ ਆ। ਫਿਰ 10ਵੇਂ ਦੁਆਰ ਵਿੱਚ ਬਿਰਤੀ ਚਲੀ ਜਾਂਦੀ। ਉੱਥੇ ਫਿਰ 10 ਇੰਦਰੀਆਂ ਮਨ ਬੁੱਧੀ ਇਹ 9 ਗੋਲਕਾਂ 'ਚ ਵਿਚਰਨ ਵਾਲਾ ਜਲ ਮਨ ਹੈ, ਉਹਦਾ ਭਾਵ ਖਤਮ ਹੋ ਜਾਂਦਾ। ਫਿਰ ਤਾਂ ਸੁੰਨ ਅਵਸਥਾ ਜਿਹੜੀ ਉਹ ਫੁਰ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਫਿਰ ਸੁਤੇ ਸਿੱਧੇ ਉਹਨਾਂ ਨੂੰ ਪਹਿਲਾਂ ਸਾਬ ਵਿਕਲਪ ਫਿਰ ਨਿਰਵਿਕਲਪ ਸਮਾਧੀ ਦਾ ਆਨੰਦ ਜਿਹੜਾ ਪ੍ਰਾਪਤ ਹੋ ਜਾਂਦਾ ਹੈ। ਇਹ ਠੀਕ ਹੈ, ਕਥਾ ਵਾਰਤਾ ਸੁਣਨ ਆਨੰਦ ਵੀ ਆਉਂਦਾ, ਪ੍ਰੇਰਨਾ ਮਿਲਦੀ ਹੈ। ਪਰ ਜਿੰਨਾ ਚਿਰ ਸਿਆਣੇ ਪੁਰਸ਼ਾਂ ਤੋਂ ਇਹ ਮਾਰਗ ਸਮਝ ਕੇ ਅਭਿਆਸ ਨਾ ਕੀਤਾ ਜਾਏ, ਉਨਾ ਚਿਰ ਇਹ ਜਿਹੜੀ ਅਵਸਥਾ ਇਹਦਾ ਪ੍ਰਾਪਤ ਹੋਣਾ ਬੜਾ ਔਖਾ ਹੈ। ਸੋ ਇਸ ਵਾਸਤੇ ਜੇ ਕਈ ਕਿਤਾਬਾਂ ਪੜ੍ਹ ਕੇ ਜਾਂ ਗ੍ਰੰਥਾਂ ਤੋਂ ਸੁਣਾ ਕੇ ਉਹ ਕਈ ਵਾਰੀ ਇਸ ਤਰ੍ਹਾਂ ਕਰਨੇ ਨਾ ਦੇਖਾ ਦੇਖੀ ਸਾਧਿਆ ਜੋ ਚੀਜ਼ੇ ਕਾਇਮ ਵਾਢੇ ਰੋਗ, ਕਾਇਮ ਵੀ ਸ਼ਹੀਦੀ ਨਾਲ ਸੁਣਦੀ ਰੋਗ ਵੀ ਵੱਧ ਜਾਂਦੇ। ਕਿਉਂਕਿ ਬਿਨਾਂ ਉਸਤਾਦ ਤੋਂ ਬਿਨਾਂ ਮੁਰਸ਼ਿਦ ਦਾ ਰਾਹ ਨਾ ਹੱਥ ਆਵੇ, ਬਿਨਾਂ ਦੁੱਧ ਨਾ ਰਜਦੀ ਖੀਰ ਨਹੀਂ ਹੈ। ਇਹ ਜਿਹੜਾ ਅੰਤਰੀਵੀ ਮਾਰਗ ਹੈ, ਬਾਹਰਲੇ ਜਿੰਨੀਆਂ ਵੀ ਵਿਦਿਆਵਾਂ ਹੈਗੀਆਂ ਉਹਦੇ ਲਈ ਵੀ ਉਸਤਾਦ ਦੁਆਰਾ ਸਮਝ ਆਉਂਦੀ। ਇਹ ਜਿਹੜੇ ਅੰਦਰਲੇ ਰੂਹਾਨੀ ਭੇਦ ਬੜੇ ਗੁਝੇ ਆ, ਇਹ ਵੀ ਸਿਆਣੇ ਪੁਰਸ਼ਾਂ ਦੁਆਰਾ ਸਮਝ ਆਉਂਦੇ ਆ। ਭਗਤ ਜੀ ਨੇ ਉਹਨਾਂ ਨੂੰ ਇਹ ਉਪਦੇਸ਼ ਦਾ ਦਿੱਤਾ। ਫਿਰ ਉਹਨਾਂ ਨੇ ਬੇਨਤੀਆਂ ਕੀਤੀਆਂ ਹੋਣਗੀਆਂ। ਫਿਰ ਭਗਤ ਜੀ ਨੇ ਕਿਰਪਾ ਦ੍ਰਿਸ਼ਟੀ ਕਰਕੇ ਅੰਤਰੀਵੀ ਮਾਰਗ ਵੀ ਜ਼ਰੂਰ ਦਿਖਾਇਆ ਹੋਵੇਗਾ। ਸੋ ਬਾਣੀ ਦੇ ਵਿੱਚ ਉਹਨਾਂ ਨੇ ਵਿਚਾਰ ਦੱਸੇ।
ਕਿ ਸਾਨੂੰ ਪੰਡਿਤ ਜੀ ਮਿਲੇ, ਉਹਨਾਂ ਦੇ ਸ਼ੌਂਕੇ ਕਿਵੇਂ ਸੀ, ਜੋਗੀ ਸਾਹਿਬ ਮਿਲੇ ਕਿਵੇਂ। ਦੋਵਾਂ ਦੀ ਨਿਵਰਤੀ ਕੋਈ ਸ਼ਬਦ ਵਿੱਚ ਕੀਤੀ ਹੈ, ਜਿਵੇਂ ਇੱਕ ਤੀਰ ਨਾਲ ਦੋ ਨਿਸ਼ਾਨੇ ਸਿੰਨੇ ਜਾਣ। ਇਹ ਸਿਆਣੇ ਪੁਰਸ਼ਾਂ ਦੀ ਵਿਦਵਤਾ ਹੁੰਦੀ ਹੈ। ਸੋ ਮਹਾਰਾਜ ਨੇ ਕਿਰਪਾ ਕੀਤੀ। ਅੱਜ ਤਖਤ ਕੇਸਗੜ੍ਹ ਸਾਹਿਬ ਸੱਚੇ ਪਾਤਸ਼ਾਹ ਨੇ ਜੋ ਲੜੀਵਾਰ ਕਥਾ ਚੱਲ ਰਹੀ ਹੈ, ਅਤੇ ਮਹਾਰਾਜ ਨੇ ਆਪਣੇ ਚਰਨਾਂ 'ਚ ਸਮਾਂ ਬਖਸ਼ਿਆ ਸੀ, ਉਹਨਾਂ ਨੇ ਆਪਣੀ ਮਿਹਰ ਕੀਤੀ ਸੀ। ਅਤੇ ਉੱਥੇ ਫਿਰ ਸਮਾਂ ਜਿਹੜਾ ਹੁੰਦਾ ਨਿਸ਼ਚਿਤ ਹੁੰਦਾ। ਬਹੁਤ ਸਾਰੇ ਜਿਹੜੇ ਅਰਥ ਫਿਰ ਉਹ ਖੁੱਲ੍ਹ ਕੇ ਕੀਤੇ ਨਹੀਂ ਜਾਂਦੇ, ਕਿਉਂਕਿ ਵਿਦਿਆਰਥੀਆਂ ਤਾਂ ਫਿਰ ਸਾਰਾ ਖੁਲਾਸਾ ਕਰਕੇ ਪੜ੍ਹਾਉਣਾ ਪੈਂਦਾ। ਉੱਥੇ ਫਿਰ ਨਿਸ਼ਚਿਤ ਸਮਾਂ ਹੁੰਦਾ, ਸਮੇਂ ਦੇ ਦਾਇਰੇ 'ਚ ਰਹਿ ਕੇ ਬੇਨਤੀ ਕੀਤੀ ਜਾਂਦੀ। ਮਹਾਰਾਜ ਕਿਰਪਾ ਕਰਨ, ਇਹ ਬਾਣੀਆਂ ਵਿਚਾਰਾਂ ਸਰਵਣ ਕਰਕੇ ਆਪਾਂ ਸਾਰੇ ਲਾਹਾ ਲਈਏ, ਲੋਕ ਪਲੋਕ ਸਹੇਲਾ ਬਣਾਈਏ। ਮਹਾਰਾਜ ਦਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਪੰਜਾਂ ਪਿਆਰਿਆਂ ਦਾ ਔਰ ਸਮੁੱਚੀ ਸਾਧ ਸੰਗਤ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।